Hello everybody. Sorry, I know मैं थोड़ा early आई ਹਾਂ ਅੱਜ ਲਾਈਵ ਸੈਸ਼ਨ ਵਾਸਤੇ because actually ਮੇਰਾ ਕਾਫੀ schedule tight ਸੀਗਾ evening ਦੇ ਵਿੱਚ। ਸੋ ਮੈਂ ਸੋਚਿਆ ਕਿ ਮੈਂ ਹੁਣ ਲਾਈਵ ਸੈਸ਼ਨ ਜਿਹੜਾ ਆਪਾਂ ਡਿਕਸ਼ਨ ਕੋਰਸ ਕਰਦੇ ਹੁੰਦੇ ਆ ਹਰ ਵੀਰਵਾਰ ਨੂੰ ਹਰ ਥਰਸਡੇ ਨੂੰ 5:30 ਵਜੇ। ਸੋ ਅੱਜ ਮੈਂ ਪਹਿਲਾਂ ਲਾਈਵ ਹੋ ਰਹੀ ਹਾਂ, ਪਹਿਲਾਂ ਉਹ ਕੋਰਸ ਸਟਾਰਟ ਕਰ ਰਹੀ ਹਾਂ ਬਿਕਾਜ਼ ਮੈਂ ਥੋੜਾ ਬਿਜ਼ੀ ਹਾਂ ਇਵਨਿੰਗ ਦੇ ਵਿੱਚ। ਸੋ ਆਈ ਡਿਡਨਟ ਵਾਂਟ ਟੂ ਮਿਸ ਦਿਸ ਕਲਾਸ। ਮੈਂ ਚਾਹੁੰਦੀ ਨਹੀਂ ਸੀ ਕਿ ਕਲਾਸ ਮਿਸ ਹੋਵੇ ਜਿਹੜਾ ਕੋਰਸ ਅਸੀਂ ਸਟਾਰਟ ਕੀਤਾ। ਸੋ ਐਜ਼ ਅ ਰਿਜ਼ਲਟ ਅਸੀਂ ਥੋੜਾ ਅਰਲੀ ਜਾ ਰਹੇ ਹਾਂ। ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਸਾਡੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਆ ਉਹ YouTube 'ਤੇ ਪਈਆਂ ਵਾ ਰਿਕਾਰਡਡ। ਸਾਡੇ ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਹੋ, ਸਾਡੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਚਾਹੇ ਤੁਸੀਂ ਵੈਬਸਾਈਟ ਦੇ ਥਰੂ ਸਾਨੂੰ ਮੈਸੇਜ ਕਰ ਸਕਦੇ ਆ ਜਾਂ ਤੁਸੀਂ ਫੇਸਬੁੱਕ ਦੇ ਥਰੂ ਸਾਨੂੰ ਕੋਈ ਵੀ ਮੈਸੇਜ ਛੱਡ ਸਕਦੇ ਆ। ਐਂਡ ਸਾਡੇ ਸੈਸ਼ਨਾਂ ਦੇ ਦੁਆਰਾ ਜਦੋਂ ਵੀ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਐਂਡ ਜਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ। ਮੇਰੇ ਕੋਲ ਕਮੈਂਟ ਮੈਨੂੰ ਪਤਾ ਲੱਗਦਾ ਜਦੋਂ ਮੈਂ ਸੈਸ਼ਨ ਕਰਦੀ, ਤਾਂ ਜੋ ਤੁਹਾਡੇ ਕੁਐਸਚਨਸ ਆ ਉਸ ਟੌਪਿਕ ਨੂੰ ਲੈ ਕੇ ਉਹ ਵੀ ਅਸੀਂ ਆਨਸਰ ਕਰ ਸਕੀਏ। ਸੋ ਪਲੀਜ਼ ਜਿਹੜਾ ਵੀ ਤੁਹਾਡੇ ਕੋਲ ਕੁਐਸਚਨ ਹੋਵੇ ਤੁਸੀਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ। ਬਾਕੀ ਜਿੰਨੇ ਵੀ ਜਿਹੜੇ ਅਸੀਂ ਅੱਜ 7th ਕਲਾਸ ਆ, ਜਿਹੜੀਆਂ 6 ਸੈਸ਼ਨਸ ਅਸੀਂ ਕਰ ਚੁੱਕੇ ਹਾਂ। ਸੋ ਅੱਜ ਇੱਕ 7th ਕਲਾਸ ਆ ਡਿਕਸ਼ਨ ਕੋਰਸ ਦੀ ਮਾਨਸਿਕ ਜ਼ਖਮ ਉੱਤੇ। ਸੋ ਜੇ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪਾ ਸਕਦੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਉਸ ਦੀ ਆਨਸਰ ਦੇਣ ਦੀ। ਹਾਂਜੀ, ਅੱਜ ਜਿਹੜਾ ਅਸੀਂ ਟੌਪਿਕ ਕਵਰ ਕਰਾਂਗੇ ਉਹ ਹੈਗਾ ਮਾਨਸਿਕ ਜ਼ਖਮ। ਐਂਡ ਬੜੀ ਐਂਡ ਸੌਰੀ ਥੋੜ੍ਹਾ ਚਿਰ ਪਹਿਲਾਂ ਮੈਂ ਇੱਕ ਆਪਣੇ ਫੇਸਬੁੱਕ ਪੇਜ 'ਤੇ ਇੱਕ ਡਾਕੂਮੈਂਟ, ਇੱਕ ਵਰਕਸ਼ੀਟ ਵਾਂਗੂ ਪਾਈ ਵੀ ਹੈ, ਜਿੱਥੇ ਤੁਸੀਂ ਉਸ ਨੂੰ ਰਿਫਰ ਬੈਕ ਕਰ ਸਕਦੇ ਹੋ ਜਦੋਂ ਆਪਾਂ ਸੈਸ਼ਨ ਕਰਾਂਗੇ। ਤੁਸੀਂ ਉਹ ਦੇਖ ਸਕਦੇ ਹੋ। ਤਾਂ ਉਹਦੀ ਵਰਕਸ਼ੀਟ ਦਾ ਨਾਮ ਹੈਗਾ ਮਾਨਸਿਕ ਜ਼ਖਮ। ਐਂਡ ਉਹਦੇ ਉੱਤੇ ਮੈਂ ਐਰੋ ਕਰਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਐਂਡ ਬਾਕੀ ਮੈਂ ਹੋਰ ਉਸਨੂੰ ਸਮਝਾਉਂਗੀ ਇਸ ਸੈਸ਼ਨ ਦੇ ਰਾਹੀਂ। ਹਾਂਜੀ, ਸੋ ਅੱਜ ਅਸੀਂ ਗੱਲ ਕਰਾਂਗੇ ਮਾਨਸਿਕ ਜ਼ਖਮ। ਸੋ ਮਾਨਸਿਕ ਜ਼ਖਮ ਵੀ ਉਸੇ ਹੀ ਤਰ੍ਹਾਂ ਹੁੰਦੇ ਨੇ ਜਿਵੇਂ ਤੁਹਾਡੇ ਸਰੀਰ 'ਤੇ ਜ਼ਖਮ ਹੁੰਦੇ। ਸੋ ਫੋਰ ਐਗਜ਼ਾਮਪਲ ਜਦੋਂ ਸਾਡੇ ਸਰੀਰ 'ਤੇ ਜ਼ਖਮ ਹੋ ਜਾਣ, ਵੂਨਸ ਹੋ ਜਾਣ ਜਿਹਨਾਂ ਨੂੰ, ਐਂਡ ਜਦੋਂ ਆਪਾਂ ਸਰੀਰ 'ਤੇ ਸਾਡੇ ਉਹ ਜ਼ਖਮ ਹੋ ਜਾਣ ਸਾਨੂੰ ਪਤਾ ਵਾ ਕਿ ਜਦੋਂ ਉਹਨੂੰ ਕੋਈ ਹੱਥ ਲਾ ਦੇਵੇ ਜਾਂ ਜਦੋਂ ਕਿਸੇ ਚੀਜ਼ ਦੇ ਵਿੱਚ ਵੱਜ ਜਾਣ ਉਹ ਕਿੰਨੀ ਸਾਡੀ ਪੇਨ ਕਰਦੇ, ਕਿੰਨੇ ਸਾਨੂੰ ਦੁੱਖ ਦਿੰਦੇ। ਜੇ ਸਾਡੀ ਲੱਤ 'ਤੇ ਜ਼ਖਮ ਆ ਜਾਂ ਸਾਡੀ ਬਾਂਹ 'ਤੇ ਜ਼ਖਮ ਆ ਜਾਂ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਜ਼ਖਮ ਆ। ਸੋ ਜਦੋਂ ਵੀ ਕੋਈ ਚੀਜ਼ ਟਕਰਾਉਂਦੀ ਜਾਂ ਕਈ ਵਾਰ ਕੋਈ ਇਨਸਾਨ ਟਕਰਾਉਂਦਾ ਉਸ ਜ਼ਖਮ ਦੇ ਵਿੱਚ ਐਂਡ ਹੁੰਦਾ ਕੀ ਆ ਕਿ ਉਹ ਅੰਦਰੋਂ ਬਹੁਤ ਉਹਨਾਂ ਦੀ ਪੀੜ ਹੁੰਦੀ ਹੈ, ਅਸੀਂ ਚੀਕ ਵੀ ਮਾਰਦੇ ਹਾਂ ਉਸ ਪੀੜ ਦੇ ਵਿੱਚ। ਸੋ ਜਿਵੇਂ ਸਾਡੇ ਸਰੀਰ 'ਤੇ ਜ਼ਖਮਾਂ ਦੇ ਜਿਹੜੇ ਜ਼ਖਮ ਹੁੰਦਿਆਂ ਦੇ ਨਾਲ ਬਾਹਰਲੀਆਂ ਚੀਜ਼ਾਂ ਜਦੋਂ ਇੰਟਰੈਕਟ ਕਰਦੀਆਂ ਸਾਡੀ ਪੀੜ ਹੁੰਦੀ ਆ, ਉਵੇਂ ਇੱਕ ਮਾਨਸਿਕ ਜ਼ਖਮ ਆ। ਮਾਨਸਿਕ ਜ਼ਖਮ ਵੀ ਉਸੇ ਤਰ੍ਹਾਂ ਹੈ ਕਿ ਜਦੋਂ ਬਾਹਰਲੀਆਂ ਚੀਜ਼ਾਂ ਇਹਨਾਂ ਨੂੰ ਹਿੱਟ ਕਰਦੀਆਂ ਵਾ, ਇਹਨਾਂ 'ਤੇ ਪੀੜ ਹੁੰਦੀ ਆ, ਅਸੀਂ ਚੀਕਾਂ ਮਾਰਦੇ ਹਾਂ। ਜੀ ਹਾਂ, ਇਹਨਾਂ ਨੂੰ ਅਸੀਂ ਟ੍ਰਿਗਰਸ ਕਹਿੰਦੇ, ਇਹਨਾਂ ਨੂੰ ਅਸੀਂ ਐਂਡ ਉਹ ਕੋਈ ਵੀ ਚੀਜ਼ਾਂ ਹੁੰਦੀਆਂ। ਫੋਰ ਐਗਜ਼ਾਮਪਲ ਕਈ ਵਾਰ ਕਈ ਲੋਕ ਹੁੰਦੇ ਆ ਸਾਡੇ ਵਾਸਤੇ, ਹੈ ਨਾ। ਕਈ ਵਾਰ ਕੋਈ ਲੋਕ ਇੱਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਤੋਂ ਸਾਨੂੰ ਜਿਹੜੇ ਜ਼ਖਮ ਨੂੰ ਸਾਡੇ ਨੂੰ ਛੇੜਦੇ ਆ, ਸ਼ਾਇਦ ਉਹ ਚਾਹੇ ਬਿਨਾਂ ਵੀ ਇਵੇਂ ਹੀ, ਜਿਵੇਂ ਫੋਰ ਐਗਜ਼ਾਮਪਲ ਸਰੀਰਕ ਜ਼ਖਮ ਆ ਐਂਡ ਕੋਈ ਤੁਹਾਡਾ ਪਤਾ ਲੈਣ ਆਇਆ ਅਤੇ ਤੁਹਾਡੇ ਲੱਤ 'ਤੇ ਜ਼ਖਮ ਸੀ ਐਂਡ ਕੋਈ ਉਹ ਤੁਹਾਡੀ ਲੱਤ ਦੇਖ ਰਿਹਾ ਸੀ ਅਤੇ ਉਹਨੇ ਐਕਸੀਡੈਂਟਲੀ ਲੱਤ 'ਤੇ ਜ਼ਖਮ 'ਤੇ ਹੱਥ ਧਰਤਾ ਅਤੇ ਤੁਹਾਡੀ ਚੀਕ ਨਿਕਲ ਗਈ। ਹਾਲੇ ਕਿ ਉਹਨੇ ਜਾਣ ਕੇ ਨਹੀਂ ਧਰਿਆ ਪਰ ਤੁਹਾਡੇ ਉਹ ਪੀੜ ਹੋਈ। ਇਵੇਂ ਹੀ ਮਾਨਸਿਕ ਜ਼ਖਮ ਆ। ਤੁਹਾਡੇ ਘਰੇ ਤੁਹਾਡਾ ਕੋਈ ਪਤਾ ਲੈਣ ਆਉਂਦਾ, ਕੋਈ ਉਹ ਇਹੋ ਜਿਹੀ ਗੱਲ ਕਹਿ ਦਿੰਦਾ ਵਾ ਅਤੇ ਤੁਹਾਡੇ ਮਨ 'ਤੇ ਹਿੱਟ ਕਰਦੀ ਆ ਐਂਡ ਹਾਲੇ ਕਿ ਉਹਦਾ ਮਤਲਬ ਹੀ ਨਹੀਂ ਹੁੰਦਾ ਹੈਗਾ ਕਿ ਉਹ ਤੁਹਾਨੂੰ ਦੁੱਖ ਦੇਣਾ ਜਾਂ ਉਸ ਮਾਨਸਿਕ ਜ਼ਖਮ ਨੂੰ ਛੇੜਨਾ। ਸੋ ਉਵੇਂ ਹੀ ਜਿਹੜੇ ਸਾਡੇ ਹੁੰਦੇ ਆ ਮਾਨਸਿਕ ਜ਼ਖਮ ਹੁੰਦੇ ਆ। ਜਿਹੜੀ ਆ ਬਿਮਾਰੀ ਐਡਿਕਸ਼ਨ ਆ, ਇਹਦੇ ਵਿੱਚ ਮਾਨਸਿਕ ਜ਼ਖਮ ਬੜੇ ਹੁੰਦੇ ਆ। ਮਾਨਸਿਕ ਜ਼ਖਮ ਠੀਕ ਨਹੀਂ ਹੋਏ ਹੁੰਦੇ ਐਂਡ ਉਹ ਜ਼ਖਮ ਉੱਦਾਂ ਦੇ ਹੀ ਰਹਿੰਦੇ ਹਨ। ਬਾਹਰਲੀਆਂ ਚੀਜ਼ਾਂ ਜਦੋਂ ਉਹ ਜ਼ਖਮਾਂ 'ਤੇ ਹਿੱਟ ਕਰਦੀਆਂ ਵਾ, ਇਹਨਾਂ ਲੋਕਾਂ ਨੂੰ ਪੀੜ ਲੱਗਦੀ, ਜਿਵੇਂ ਸਾਡੇ ਸਰੀਰਕ ਨੂੰ ਪੀੜ ਲੱਗਦੀ ਆ ਉਵੇਂ ਸਾਡੇ ਮਾਨਸਿਕ ਨੂੰ ਪੀੜ ਲੱਗਦੀ ਆ। ਸੋ ਹੁੰਦਾ ਕੀ ਆ ਕਿ ਜਦੋਂ ਬਾਹਰਲੀਆਂ ਚੀਜ਼ਾਂ ਇਹਨਾਂ ਨੂੰ ਹਿੱਟ ਕਰਦੀਆਂ ਜ਼ਖਮ 'ਤੇ, ਸਾਨੂੰ ਪੀੜ ਹੁੰਦੀ ਆ। ਸੋ ਇਹ ਲੋਕ ਕੀ ਕਰਦੇ ਆ, ਇਹ ਲੋਕ ਨਸ਼ਾ ਲੈਂਦੇ ਆ, ਸ਼ਰਾਬ ਪੀਂਦੇ ਆ, ਕੋਈ ਨਾ ਕੋਈ ਤਰ੍ਹਾਂ ਦਾ ਆਪਦੇ ਆਪ ਨੂੰ ਨਸ਼ਾ, ਤਾਂ ਜੋ ਜਦੋਂ ਬਾਹਰਲੀਆਂ ਚੀਜ਼ਾਂ ਹਿੱਟ ਕਰਨ ਅਤੇ ਇਹਨਾਂ ਨੂੰ ਪੀੜ ਨਾ ਹੋਵੇ। ਸੋ ਇੱਕ ਨਮ ਕਰਨ ਦਾ ਤਰੀਕਾ ਵਾ, ਇੱਕ ਆਪਦੇ ਆਪ ਨੂੰ ਅੰਦਰ ਦੇ ਸਮਾਉਣ ਦਾ ਤਰੀਕਾ ਵਾ। ਸੋ ਉਹਨਾਂ ਜ਼ਖਮਾਂ ਨੂੰ ਅਸੀਂ ਕਿਵੇਂ ਠੀਕ ਕਰਨਾ ਵਾ। ਤੁਸੀਂ ਦੇਖੋ ਕਿ ਕੋਈ ਵੀ ਸਰੀਰ ਦਾ ਜ਼ਖਮ ਆ, ਕੋਈ ਲੱਤ ਦਾ ਜ਼ਖਮ ਆ, ਕੋਈ ਬਾਂਹ ਦਾ ਜ਼ਖਮ ਆ,
ਜੇ ਅਸੀਂ ਸਿਰਫ ਇਹੀ ਸੋਚੀਏ ਵੀ ਇਹਦੀ ਪੀੜ ਨਹੀਂ ਲੱਗਣੀ ਤੇ ਅਸੀਂ ਉਹਨੂੰ ਠੀਕ ਨਹੀਂ ਕਰ ਸਕਦੇਗੇ। ਸੋ ਇਹ ਜ਼ਖਮ ਸਾਡੇ ਰਿਸਦੇ ਮਾਨਸਿਕ ਜ਼ਖਮ ਸਾਡੇ ਦੁਖਦੇ ਆ। ਜਿਵੇਂ ਮੈਂ ਇੱਕ ਐਗਜ਼ਾਮਪਲ ਦੇ ਰਹੀ ਸੀ, ਜਿਵੇਂ ਕੋਈ ਆਇਆ, ਕੋਈ ਟੌਪਿਕ ਉਹਨੇ ਛੇੜਤਾ, ਕੋਈ ਗੱਲ ਉਹਨੇ ਛੇੜਤੀ, ਕਈ ਚੀਜ਼ਾਂ ਤੇ ਸਾਡੇ ਮਾਨਸਿਕ ਜ਼ਖਮ ਹਿੱਟ ਕਰਦੇ। ਕੋਈ ਉਸ ਸੁਭਾਅ ਕੇ ਕੋਈ ਗੱਲ ਸਾਨੂੰ ਕੋਈ ਕਹਿ ਦਿੰਦਾ ਵਾ ਐਂਡ ਸਾਡੇ ਉਸ ਥਾਂ ਤੇ ਲੱਗਦੀ, ਸਾਡੇ ਤੇ ਜ਼ਖਮ ਇੰਨੀ ਗਹਿਰੀ ਥਾਂ ਤੇ ਲੱਗਦਾ ਗਾ ਤੇ ਅਸੀਂ ਚੀਕਾਂ ਮਾਰ ਉੱਠਦੇ ਹਾਂ, ਅਸੀਂ ਭਾਵੁਕ ਹੋ ਜਾਂਦੇ ਹਾਂ, ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ, ਅਸੀਂ ਗੁੱਸੇ 'ਚ ਆ ਜਾਂਦੇ ਹਾਂ, ਅਸੀਂ ਫਰਸਟ੍ਰੇਸ਼ਨ 'ਚ ਆ ਜਾਂਦੇ ਹਾਂ, ਆਪਦੇ ਆਪ 'ਚ ਸ਼ਰਮਸਾਰ, ਡਿਸਅਪੋਇੰਟਮੈਂਟ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਆ ਜਾਂਦੇ। ਸੋ ਇਹਨਾਂ ਮਾਨਸਿਕ ਜ਼ਖਮਾਂ ਨੂੰ ਅਸੀਂ ਕਿਵੇਂ ਨਜਿੱਠੀਏ? ਸੋ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਸਾਡੇ ਮਾਨਸਿਕ ਜ਼ਖਮ ਹੁੰਦੇ ਨਾ, ਅਸੀਂ ਕੋਈ ਨਾ ਕੋਈ ਚੀਜ਼ ਕਰਦੇ ਹਾਂ। ਸਾਡੇ ਸਾਰਿਆਂ ਦਾ ਵੱਖਰਾ ਵੱਖਰਾ ਹੋ ਸਕਦਾ ਵਾ। ਫੋਰ ਐਗਜ਼ਾਮਪਲ, ਜੇ ਸਾਡੇ ਪਾਰਟਨਰ ਨੇ ਸਾਨੂੰ ਕੁਝ ਕਹਿਤਾ ਜਾਂ ਸਾਡੇ ਹਸਬੈਂਡ ਜਾਂ ਵਾਈਫ ਨੇ ਸਾਨੂੰ ਕੁਝ ਕਹਿਤਾ, ਸਾਨੂੰ ਕੋਈ ਇਹੋ ਜਿਹੇ ਸਾਡੇ ਸ਼ਬਦ ਬੋਲਤੇ, ਸਾਡਾ ਮਾਨਸਿਕ ਜ਼ਖਮ ਜਾਗ ਗਿਆ, ਸਾਡਾ ਮਾਨਸਿਕ ਜ਼ਖਮ ਤੇ ਹਿੱਟ ਲੱਗੀ। ਐਂਡ ਜਦੋਂ ਸਾਡਾ ਮਾਨਸਿਕ ਜ਼ਖਮ ਤੇ ਹਿੱਟ ਹੋਈ, ਅਸੀਂ ਚੀਕਾਂ ਮਾਰੀਆਂ, ਚੀਕਾਂ ਮਾਰ ਕੇ ਅਸੀਂ ਗੁੱਸੇ ਹੋਏ, ਅਸੀਂ ਉੱਚੀ ਉੱਚੀ ਬੋਲੇ, ਅਸੀਂ ਵੀ ਉਹਨਾਂ ਲੋਕਾਂ ਨੂੰ ਬੁਰਾ ਭਲਾ ਕਿਹਾ, ਅਸੀਂ ਵੀ ਉਸੇ ਤਰੀਕੇ ਨਾਲ ਉਹਨਾਂ ਦੇ ਜ਼ਖਮਾਂ ਨੂੰ ਹੱਥ ਲਾਇਆ, ਅਣਜਾਣੇ ਦੇ ਵਿੱਚ ਹੀ ਲਾਇਆ, ਪਰ ਲਾਇਆ ਜ਼ਰੂਰ। ਉਹਨਾਂ ਨੇ ਵੀ ਸ਼ਾਇਦ ਅਣਜਾਣੇ ਦੇ ਵਿੱਚ ਲਾਇਆ ਐਂਡ ਅਸੀਂ ਵੀ ਅਣਜਾਣੇ ਦੇ ਵਿੱਚ ਲਾਇਆ। ਸੋ ਹੁੰਦਾ ਐਂਡ ਇਹ ਸਾਡਾ ਸਾਰਿਆਂ ਦਾ ਇੱਕ 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 ਬਿਹੇਵੀਅਰ ਆ ਜਿਹੜਾ ਅਸੀਂ ਉਹ ਜ਼ਖਮਾਂ ਦੇ ਵਿੱਚ ਕਰਦੇ। ਕਈ ਲੋਕ ਕੀ ਹੁੰਦਾ, ਜਦੋਂ ਉਹਨਾਂ ਦੇ ਜ਼ਖਮ ਆਉਂਦੇ ਉਹ ਅੰਦਰ ਆਪਦੇ ਦਬਾਉਣ ਲੱਗ ਜਾਂਦੇ, ਉਹ ਚੀਜ਼ਾਂ ਆਪਦੇ ਅੰਦਰ ਆਪ ਨੂੰ ਦਬਾਉਣ, ਉਹਨੂੰ ਅਸੀਂ ਡਿਪਰੈਸ਼ਨ ਕਹਿੰਦੇ ਹਾਂ ਕਿਉਂਕਿ ਜ਼ਖਮ ਦੱਬਿਆ ਹੋਇਆ ਵਾ। ਸੋ ਕਈ ਲੋਕ ਕੀ ਹੁੰਦੇ, ਉਹ ਬਾਹਰ ਕੋਈ ਚੀਜ਼ ਚਲਾ ਕੇ ਮਾਰੀ, ਕੋਈ ਕਿਸੇ ਨਾਲ ਲੜ ਪਏ ਐਂਡ ਆਪਦੇ ਹਸਬੈਂਡ ਵਾਈਫ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਆ, ਸਾਡੇ ਇਹੀ ਹੁੰਦਾ ਨਾ ਕਿ ਅਸੀਂ ਇੱਕ ਦੂਜੇ ਦੇ ਜ਼ਖਮ ਛੇੜਦੇ ਹਾਂ ਤੇ ਫਿਰ ਜਦੋਂ ਜ਼ਖਮ ਅਗਲਾ ਦੂਸਰਾ ਇਨਸਾਨ ਛੇੜਦਾ ਤੇ ਅਸੀਂ ਭਾਵੁਕ ਹੋ ਕੇ ਤੇ ਅਸੀਂ ਗੁੱਸੇ 'ਚ ਉੱਚੀ ਬੋਲਦੇ ਹਾਂ। ਸੋ ਇਵੇਂ ਜਿਹੜਾ ਅਡਿਕਸ਼ਨ ਆ, ਇਹ ਲੋਕ ਆਪਦੇ ਜਿਹੜੇ ਜ਼ਖਮਾਂ ਨੂੰ, ਆਪਦੇ ਜ਼ਖਮਾਂ ਤੇ ਪਾਉਣ ਵਾਸਤੇ, ਆਪਦੇ ਜ਼ਖਮਾਂ ਨੂੰ ਨਮ ਕਰਨ ਵਾਸਤੇ ਨਸ਼ਾ ਲੈਂਦੇ ਆ ਤਾਂ ਜੋ ਬਿਕਾਜ਼ ਦੇਖੋ ਜਿਹੜੇ ਜ਼ਖਮ ਆ, ਇਹ ਬਾਹਰਲੀਆਂ ਚੀਜ਼ਾਂ ਤੋਂ ਸਾਡੇ ਕਈ ਮਾਨਸਿਕ ਜ਼ਖਮ ਆ, ਕਈ ਤਰ੍ਹਾਂ ਦੇ ਸਾਡੇ ਮਾਨਸਿਕ ਜ਼ਖਮ ਆ। ਮੇਰੇ ਵੀ ਮਾਨਸਿਕ ਜ਼ਖਮ ਆ। ਫੋਰ ਐਗਜ਼ਾਮਪਲ, ਕਿਸੇ ਨੂੰ ਉਚਾਈ ਤੋਂ ਡਰ ਲੱਗਣਾ, ਇਹ ਮਾਨਸਿਕ ਜ਼ਖਮ ਆ। ਡਰ ਇੱਕ ਜ਼ਖਮ ਆ ਸਾਡੇ 'ਚ, ਪਰ ਉਹਦੇ ਲਈ ਸਾਨੂੰ ਇੰਨਾ ਡੀਲ ਕਰਨ ਦੀ ਨਹੀਂ ਲੋੜ ਪੈਂਦੀ ਕਿਉਂਕਿ ਅਸੀਂ ਕਿਹੜਾ ਰੋਜ਼ ਇੱਕ ਉਚਾਈ 'ਤੇ ਚੜ੍ਹਦੇ ਹਾਂ ਜਾਂ ਸਾਨੂੰ ਕੋਈ ਇਹੋ ਜਿਹਾ ਕੋਈ ਐਡਵੈਂਚਰ ਕਰਦੇ ਹਾਂ, ਸਾਡੀ ਲਾਈਫ ਡਿਸਫੰਕਸ਼ਨਲ ਨਹੀਂ ਹੁੰਦੀ। ਸੋ ਕਈ ਛੋਟੇ ਛੋਟੇ ਸਾਡੇ ਮਾਨਸਿਕ ਜ਼ਖਮ ਹੁੰਦੇ ਜਿਨ੍ਹਾਂ ਨੂੰ ਅਸੀਂ ਅਵੋਇਡ ਕਰ ਸਕਦੇ, ਜਿਨ੍ਹਾਂ ਨੂੰ ਅਸੀਂ ਨਾ ਵੀ ਉਹਨਾਂ ਨੂੰ ਅਟੈਂਡ ਕਰੀਏ ਤਾਂ ਅਸੀਂ ਨੋਰਮਲ ਜ਼ਿੰਦਗੀ ਆਰਾਮ ਨਾਲ। ਪਰ ਕਈ ਮਾਨਸਿਕ ਜ਼ਖਮ ਹੁੰਦੇ ਆ ਜਿਹੜੇ ਕਿ ਫੋਰ ਐਗਜ਼ਾਮਪਲ, ਜੇ ਅਸੀਂ ਕਿਸੇ ਨਾਲ ਰਹਿ ਰਹੇ ਹਾਂ, ਉਹ ਸਾਡੇ ਦੇ ਮਾਨਸਿਕ ਜ਼ਖਮਾਂ 'ਤੇ ਹੱਥ ਧਰਦੇ ਆ, ਫਿਰ ਅਸੀਂ ਕਿੰਨਾ ਕੁ ਚਿਰ ਉਹਨਾਂ ਨੂੰ ਅਵੋਇਡ ਕਰ ਸਕਦੇ ਹਾਂ? ਕੋਈ ਹੋਰ ਵੀ ਤਰ੍ਹਾਂ ਦੀਆਂ ਜਿਹੜੀਆਂ ਸਿਚੁਏਸ਼ਨ ਆ, ਜਿਹੜੇ ਸਿਨੇਰੀਓ ਆ, ਜਿਹੜੇ ਕਈ ਲੋਕਾਂ ਨੂੰ ਬੰਦ ਕਮਰਿਆਂ ਦੇ ਵਿੱਚ ਉਹਨਾਂ ਦਾ ਮਾਨਸਿਕ ਜ਼ਖਮ ਆ, ਬੰਦ ਕਮਰਿਆਂ ਦੇ ਵਿੱਚ ਵੀ ਨਹੀਂ ਰਹਿ ਸਕਦੇਗੇ। ਕਈ ਲੋਕ ਕਾਰ ਨਹੀਂ ਚਲਾ ਸਕਦੇ, ਉਹਨਾਂ ਲਈ ਉਹ ਟ੍ਰਿਗਰਿੰਗ ਹੋ ਸਕਦੀ, ਉਹ ਉਹਨਾਂ ਦਾ ਮਾਨਸਿਕ ਜ਼ਖਮ ਹੋ ਸਕਦਾ ਵਾ। ਸੋ ਸਭ ਤੋਂ ਪਹਿਲਾਂ ਤਾਂ ਆਪਦੇ ਮਾਨਸਿਕ ਜ਼ਖਮ ਨੂੰ ਪਛਾਣਨਾ, ਸਭ ਤੋਂ ਪਹਿਲਾਂ ਅਵੇਅਰਨੈਸ ਆਪਦੇ ਆਪ ਨੂੰ ਕਰਨੀ ਕਿ ਇਹ ਮੇਰਾ ਮਾਨਸਿਕ ਜ਼ਖਮ ਆ। ਸਾਨੂੰ ਕਿਵੇਂ ਪਤਾ ਲੱਗੂਗਾ ਕਿ ਸਾਡੇ ਵਿੱਚ ਮਾਨਸਿਕ ਜ਼ਖਮ ਹੈ, ਸਾਡਾ ਮਾਨਸਿਕ, ਤੁਹਾਨੂੰ ਪਤਾ ਲੱਗੂ, ਤੁਹਾਡੀ ਬਾਡੀ ਰਿਐਕਟ ਕਰਨ ਲੱਗ ਜੂਗੀ। ਫੋਰ ਐਗਜ਼ਾਮਪਲ, ਤੁਹਾਡੀ ਬਾਡੀ ਦੇ ਅੰਦਰ ਕੋਈ ਭਾਵੁਕ ਐਕਸਪੀਰੀਅੰਸ ਆਉਣ ਲੱਗ ਜਾਣਗੇ। ਫੋਰ ਐਗਜ਼ਾਮਪਲ, ਜੇ ਤੁਹਾਡੇ ਤੁਹਾਨੂੰ ਕਿਸੇ ਕੋਈ ਵੀ ਹੋ ਸਕਦਾ, ਫੋਰ ਐਗਜ਼ਾਮਪਲ ਜੇ ਤੁਹਾਡੇ ਮਾਂ ਬਾਪ ਨੇ ਜਾਂ ਕਿਸੇ ਨੇ ਜੇ ਤੁਸੀਂ ਇੱਕ ਐਡਿਕਸ਼ਨ ਦੇ ਵਿੱਚ ਹੋ ਜਾਂ ਤੁਸੀਂ, ਤੁਹਾਡੇ ਲਈ ਸ਼ਰਾਬ ਜਾਂ ਐਡਿਕਸ਼ਨ ਆ, ਤੁਹਾਡੇ ਮਾਂ ਬਾਪ ਨੇ ਤੁਹਾਡੇ ਭਰਾ ਦੀ ਜਿਵੇਂ ਮੈਂ ਐਗਜ਼ਾਮਪਲ ਵੀ ਦਿੱਤੀ ਉਸ ਚੀਜ਼ 'ਤੇ, ਤੁਹਾਡੇ ਭਰਾ ਦੀ ਤੁਲਨਾ ਕਰਤੀ ਤੁਹਾਡੇ ਨਾਲ। ਉਹਨੇ ਕਿਹਾ ਕਿ ਤੁਹਾਡੇ ਭਰਾ ਨੇ ਤਾਂ ਬਹੁਤ ਪੈਸਾ ਕਮਾ ਲਿਆ ਅਤੇ ਉਹ ਤਾਂ ਬਹੁਤ ਵਧੀਆ ਕਰਦਾ ਐਂਡ ਅੰਦਰੀ ਅੰਦਰ ਤੁਹਾਨੂੰ ਆਪਦੇ ਆਪ ਦੇ ਵਿੱਚ ਘਿਰਨਾ ਅਤੇ ਇੰਗਜ਼ਾਇਟੀ ਅਤੇ ਡਰ ਅਤੇ ਸ਼ਰਮਸਾਰ ਅਤੇ ਗੁੱਸਾ ਮਹਿਸੂਸ ਹੋਣ ਲੱਗ ਗਿਆ। ਕੋਈ ਵੀ ਭਾਵੁਕ ਉਹ ਤੁਹਾਨੂੰ ਮਹਿਸੂਸ ਹੋਣ ਲੱਗ ਗਿਆ। ਇਹਦਾ ਮਤਲਬ ਹੈ ਇਹ ਮਾਨਸਿਕ ਜ਼ਖਮ ਆ ਤੁਹਾਡੇ 'ਤੇ, ਇਹ ਤੁਹਾਡੇ ਲਈ ਟ੍ਰਿਗਰਿੰਗ ਪੁਆਇੰਟ ਆ। ਕਿਉਂਕਿ ਜਦੋਂ ਵੀ ਹਾਲਾਂਕਿ ਤੁਹਾਡੇ ਮਾਂ ਬਾਪ ਨੇ ਤੁਹਾਡੇ ਬਾਰੇ ਕੁਛ ਨਹੀਂ ਕਿਹਾ, ਉਹਨਾਂ ਨੇ ਸਿਰਫ ਤੁਹਾਡੇ ਭਰਾ ਦੀ ਤਾਰੀਫ ਕੀਤੀ ਆ, ਉਹ ਤੁਹਾਡੇ ਲਈ ਟ੍ਰਿਗਰਿੰਗ ਆ ਕਿ ਜਦੋਂ ਮੇਰੇ ਭਰਾ ਦੀ ਤਾਰੀਫ ਹੁੰਦੀ ਆ, ਤੁਹਾਡੇ ਅੰਦਰ ਭਾਵਨਾਵਾਂ ਆਉਂਦੀਆਂ। ਹਰੇਕ ਬੰਦੇ ਦੇ ਨਹੀਂ ਆਉਂਦੀਆਂ, ਜਿਨ੍ਹਾਂ ਦੇ ਜ਼ਖਮ ਆ, ਜਿਨ੍ਹਾਂ ਨੂੰ ਇਸ ਪਰਟੀਕੂਲਰ ਚੀਜ਼ ਨਾਲ ਜ਼ਖਮ ਆ, ਉਹਨਾਂ ਨੂੰ ਆਉਂਦੀਆਂ। ਸੋ ਤੁਸੀਂ ਕੀ ਦੇਖ ਲਿਆ ਕਿ ਜਦੋਂ ਵੀ ਤੁਹਾਡੇ ਮਾਂ ਬਾਪ ਤੁਹਾਡੇ ਬ੍ਰਦਰ ਨਾਲ ਤੁਹਾਨੂੰ ਕੰਪੇਅਰ ਕਰਨ ਲੱਗ ਜਾਂਦੇ, ਤੁਹਾਡੇ ਅੰਦਰ ਭਾਵੁਕ ਐਕਸਪੀਰੀਅੰਸ ਸਟਾਰਟ ਹੋ ਜਾਂਦੇ, ਤੁਹਾਡੇ ਅੰਦਰ ਟ੍ਰਿਗਰਿੰਗ ਸਟਾਰਟ ਹੋ ਜਾਂਦੀ ਆ ਐਂਡ ਤੁਹਾਡੇ ਅੰਦਰ ਗੁੱਸਾ ਕਿਸੇ ਵੀ ਤਰੀਕੇ ਨਾਲ ਤੁਹਾਡੇ ਸਰੀਰ ਨੂੰ ਪਤਾ ਲੱਗਣ ਲੱਗ ਜਾਂਦਾ। ਸੋ ਪਹਿਲਾਂ ਤਾਂ ਉਸ ਪੁਆਇੰਟ 'ਤੇ ਪਛਾਣੋ ਕਿ ਇਹ ਮੇਰਾ ਮਾਨਸਿਕ ਜ਼ਖਮ ਆ ਐਂਡ ਇਹ ਜ਼ਖਮ ਮੇਰੇ ਅੰਦਰ ਆ, ਇਹ ਬਾਹਰ ਨਹੀਂ ਹੈਗਾ ਕਿਤੇ, ਇਹ ਜ਼ਖਮ ਮੇਰੇ ਅੰਦਰ ਆ। ਇਹਨੂੰ ਮੈਂ ਰਿਐਕਟ ਕਿਵੇਂ ਕਰ ਰਿਹਾ? ਫੋਰ ਐਗਜ਼ਾਮਪਲ, ਜੇ ਬਾਹਰ ਮੀਂਹ ਪੈ ਰਿਹਾ ਵਾ ਅਤੇ ਤੁਹਾਨੂੰ ਮੀਂਹ ਨੂੰ ਦੇਖ ਕੇ ਫਰਸਟ੍ਰੇਸ਼ਨ ਆ ਗਈ ਅਤੇ ਤੁਹਾਨੂੰ ਡਿਪਰੈਸ਼ਨ ਆ ਰਿਹਾ, ਤੁਹਾਨੂੰ ਡਰ, ਤੁਹਾਨੂੰ ਲੋਨਲੀਨੈਸ ਮਹਿਸੂਸ ਹੋ ਰਹੀ ਹੈ, ਇਕੱਲਾਪਣ ਮਹਿਸੂਸ, ਇਹਦਾ ਮਤਲਬ ਬਾਹਰ ਮੀਂਹ ਵਾਲਾ ਜ਼ਖਮ ਆ, ਉਹ ਟ੍ਰਿਗਰਿੰਗ ਪੁਆਇੰਟ ਆ ਤੁਹਾਡੇ ਲਈ, ਉਹ ਜ਼ਖਮ ਆ। ਸੋ
ਇੱਦਾਂ ਹੀ ਕਈ ਤਰ੍ਹਾਂ ਦੇ ਫੋਰ ਐਗਜ਼ਾਮਪਲ ਜੇ ਜੇ ਤੁਸੀਂ ਇੱਕ ਮੇਲ ਹੋ, ਤੁਹਾਡੀ ਵਾਈਫ ਤੁਹਾਡੀ ਮਦਰ ਬਾਰੇ ਇੱਕ ਅਨਰਿਸਪੈਕਟਫੁਲ ਜਾਂ ਵਧੀਆ ਰਿਸਪੈਕਟਫੁਲ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰਦੀ ਆ, ਤੁਹਾਡੀ ਮਦਰ ਦੀ ਸ਼ਿਕਾਇਤ ਤੁਹਾਨੂੰ ਲਾਉਂਦੀ ਆ, ਤੇ ਤੁਹਾਡੇ ਲਈ ਤੁਸੀਂ ਅੰਦਰੋਂ ਆਪਦੇ ਮਹਿਸੂਸ ਕਰਨ ਲੱਗ ਜਾਂਦੇ ਭਾਵੁਕ, ਸ਼ਰਮਸਾਰ, ਗਿਲਟੀ, ਜੋ ਵੀ ਚੀਜ਼ਾਂ ਤੁਸੀਂ ਆਪਦੇ ਆਪ 'ਚ ਸ਼ਰਮਸਾਰ ਮਹਿਸੂਸ ਕਰਨ ਲੱਗ ਜਾਂਦੇ ਹੋ ਕਿਸੇ ਵੀ ਤਰੀਕੇ ਨਾਲ, ਐਂਡ ਉਦੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਇਹ ਮੇਰਾ ਮਾਨਸਿਕ ਜ਼ਖਮ ਆ, ਇਹ ਮੇਰਾ। ਸੋ ਸਾਰੇ ਜ਼ਖਮਾਂ ਨੂੰ ਅਸੀਂ ਅਟੈਂਡ ਕਰੀਏ ਜ਼ਰੂਰੀ ਨਹੀਂ। ਤੁਸੀਂ ਕਦੇ ਵਕੇਸ਼ਨ 'ਤੇ ਗਏ ਹੋ, ਤੁਸੀਂ ਇੱਕ ਐਡਵੈਂਚਰ ਕੋਈ ਇੱਕ ਰਾਈਡ 'ਤੇ ਚੜ੍ਹੇ ਹੋ ਐਂਡ ਉਹ 'ਤੇ ਤੁਹਾਨੂੰ ਡਰ ਲੱਗਿਆ ਵਾ, ਉਹ ਤੁਹਾਡੀ ਇੰਨਾ ਤੁਹਾਨੂੰ ਇੰਪੈਕਟ ਨਹੀਂ ਪਾਊਗਾ ਕਿਉਂਕਿ ਰੋਜ਼ ਦੇ ਨਾਤੇ ਤੁਸੀਂ ਉਸ ਚੀਜ਼ ਨਾਲ ਡੀਲ ਨਹੀਂ ਕਰ ਰਹੇ। ਪਰ ਜਿਹੜੇ ਮਾਨਸਿਕ ਜ਼ਖਮ ਰੋਜ਼ ਨਾਤੇ ਤੁਸੀਂ ਡੀਲ ਕਰਦੇ ਹੋ, ਰੋਜ਼ ਉਹਨਾਂ ਲੋਕਾਂ ਨਾਲ ਡੀਲ ਕਰਦੇ, ਉਹਨਾਂ ਮਾਨਸਿਕ ਜਿਹੜੇ ਜ਼ਖਮਾਂ ਨੂੰ ਨਜਿੱਠਣਾ ਬੜਾ ਜ਼ਰੂਰੀ ਹੈ ਕਿਉਂਕਿ ਉਹ ਤੁਹਾਡੀ ਰੋਜ਼ ਨਾਤੇ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਆ। ਸੋ ਆਪਣਾ ਮਾਨਸਿਕ ਜ਼ਖਮ ਪਛਾਣੋ, ਕੀ ਆ ਮੇਰਾ ਮਾਨਸਿਕ ਜ਼ਖਮ। ਸੋ ਪਹਿਲਾਂ ਤਾਂ ਜਿਵੇਂ ਮੈਂ ਕਿਹਾ ਪਛਾਣਨ ਦੇ ਨੁਕਤੇ ਆ ਕਿ ਤੁਹਾਡੇ ਅੰਦਰੋਂ ਭਾਵਕ ਕੋਈ ਵੀ ਟੌਪਿਕ ਹੋ ਸਕਦਾ ਵਾ, ਕੋਈ ਵੀ ਲੋਕ ਹੋ ਸਕਦੇ, ਕਈ ਵਾਰ ਕੋਈ ਇੱਕ ਇਨਸਾਨ ਜਾਂ ਤੁਹਾਡੇ ਕੰਮ 'ਤੇ ਜਾਂ ਕਿਤੇ ਵੀ ਤੁਹਾਡੇ ਇਹੋ ਜਿਹਾ ਹੁੰਦਾ ਵਾ ਜਦੋਂ ਤੁਸੀਂ ਉਹਨੂੰ ਦੇਖਦੇ ਆ ਅਤੇ ਤੁਹਾਡੇ ਅੰਦਰ ਇੰਗਜ਼ਾਇਟੀ, ਤੁਹਾਡੇ ਅੰਦਰ ਇੱਕ ਭਾਵਕ ਐਕਸਪੀਰੀਅੰਸ ਸਟਾਰਟ ਹੋਣ ਲੱਗ ਜਾਂਦੇ। ਕੋਈ ਥਾਂ ਹੋ ਸਕਦਾ ਵਾ ਜਿਵੇਂ ਮੈਂ ਕਿਹਾ ਕਿ ਕਈ ਲੋਕ ਜਿਹੜੇ ਬੰਦ ਕਮਰਿਆਂ ਦੇ ਵਿੱਚ, ਕੰਟਰੀ ਵੀ ਕੋਈ ਟ੍ਰਿਗਰ ਵੀ ਕੁਛ ਵੀ ਜਿੱਥੇ ਹੋਇਆ ਹੋਵੇ ਹੋ ਸਕਦੀ ਬਿਕਾਜ਼ ਉਹ ਤੁਹਾਡੇ ਪਾਸਟ ਨਾਲ ਰਿਲੇਟਡ ਆ। ਸੋ ਬੇਸਿਕਲੀ ਤੁਹਾਡੀ ਬਾਡੀ ਰਿਐਕਟ ਕਰਨ ਲੱਗ ਜਾਂਦੀ ਹੈ, ਤੁਹਾਡੀ ਬਾਡੀ ਆਪਦੇ ਆਪ ਦੇ ਵਿੱਚ ਓਵਰਵੈਲਮ ਮਹਿਸੂਸ ਕਰਨ ਲੱਗ ਜਾਂਦੀ ਉਹ ਭਾਵਨਾ। ਸੋ ਇਹਦਾ ਤੁਹਾਡਾ ਪਤਾ ਲੱਗ ਗਿਆ ਕਿ ਤੁਹਾਡੇ ਮਾਨਸਿਕ ਜ਼ਖਮ ਆ। ਉਦੋਂ ਬਾਅਦ ਆਪਦੇ ਆਪ ਨੂੰ ਓਬਜ਼ਰਵ ਕਰੋ ਕਿ ਇਸ ਮਾਨਸਿਕ ਜ਼ਖਮ ਜਦੋਂ ਮੇਰਾ ਛਿੜਦਾ ਉਦੋਂ ਮੈਂ ਕੀ ਕਰਦਾ। ਫੋਰ ਐਗਜ਼ਾਮਪਲ ਜਿਹੜੇ ਲੋਕ ਐਡਿਕਸ਼ਨ ਦੇ ਵਿੱਚ ਹੁੰਦੇ ਆ ਉਹਨਾਂ ਦਾ ਮਾਨਸਿਕ ਜ਼ਖਮ ਆ ਕਿ ਜਦੋਂ ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਸ਼ੇਮ ਕਰਦੇ ਆ, ਜਦੋਂ ਉਹਨਾਂ ਦੇ ਮਾਂ-ਬਾਪ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਕਹਿੰਦੇ ਆ ਤੂੰ ਬੇਕਾਰ, ਤੂੰ ਕੁਛ ਵੀ ਨਹੀਂ, ਤੂੰ ਕਿਸੇ ਚੀਜ਼ ਦੇ ਲਾਇਕ ਨਹੀਂ ਹੈਗਾ ਗਾ। ਜਦੋਂ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਉਹਨਾਂ ਨੂੰ ਬੁਰਾ ਭਲਾ ਕਿਹਾ ਜਾਂਦਾ, ਉਹਨਾਂ ਨੂੰ ਬੁਰੇ ਸ਼ਬਦ ਵਰਤੇ ਜਾਂਦੇ, ਉਹਨਾਂ ਲਈ ਇਹ ਟ੍ਰਿਗਰਿੰਗ ਆ, ਉਹਨਾਂ ਲਈ ਇਹ ਮਾਨਸਿਕ ਜ਼ਖਮ ਆ। ਹੁੰਦਾ ਕਿ ਜਦੋਂ ਉਹਨਾਂ ਦੇ ਅੰਦਰ ਇਹ ਮਾਨਸਿਕ ਜ਼ਖਮ ਰਿਸ਼ਤੇਦਾਰ ਜਾਂ ਘਰ ਦੇ ਵਿੱਚ ਜੋ ਰਹਿ ਰਹੇ ਲੋਕ ਉਹ ਉਸ ਜ਼ਖਮ 'ਤੇ ਹੱਥ ਧਰ ਦਿੰਦੇ ਆ। ਜ਼ਖਮ ਆਲਰੇਡੀ ਉਹਨਾਂ ਦੇ ਵੱਡਾ ਵਾ, ਮਾਨਸਿਕ ਜ਼ਖਮ ਜੋ ਦਿਖ ਨਹੀਂ ਰਿਹਾ ਗਾ ਮਨ 'ਤੇ। ਐਂਡ ਕੀ ਕਰਦੇ ਰਿਸ਼ਤੇਦਾਰ ਜਾਂ ਘਰ ਦੇ ਜੋ ਰਹਿ ਰਹੇ ਹੁੰਦੇ ਉਹ ਉਹਨੂੰ ਤੂੰ ਬੁਰਾ ਵਾ, ਤੂੰ ਬੇਕਾਰ ਆ, ਤੈਨੂੰ ਘਰ ਜੋ ਵੀ ਉਹਨਾਂ ਦੀਆਂ ਹੋ ਸਕਦੀਆਂ, ਜਾਂ ਉਹਨਾਂ ਦੀ ਤੁਲਨਾ ਜਾਂ ਉਹਨਾਂ ਦਾ ਨਾਮ ਵੀ ਨਾ ਲੈਣਾ ਅਤੇ ਕਿਸੇ ਹੋਰ ਦੀ ਤੁਲਨਾ, ਫਲਾਣੇ ਨੇ ਤਾਂ ਬਹੁਤ ਵਧੀਆ ਜੋਬ, ਫਲਾਣਾ ਤਾਂ ਬਹੁਤ ਵਧੀਆ ਪੜ੍ਹ ਗਿਆ, ਫਲਾਣੇ ਨੇ ਬਹੁਤ ਵਧੀਆ ਘਰ ਬਣਾ ਲਏ। ਸੋ ਬੇਸਿਕਲੀ ਉਹ ਤੁਹਾਡੇ ਲਈ ਮਾਨਸਿਕ ਜ਼ਖਮ ਹੋ ਸਕਦਾ ਵਾ। ਜਦੋਂ ਤੁਹਾਡਾ ਮਾਨਸਿਕ ਜ਼ਖਮ ਤੁਹਾਨੂੰ ਪਤਾ ਲੱਗ ਗਿਆ ਉਦੋਂ ਬਾਅਦ ਜਿਹੜੇ ਮੋਸਟ ਲੋਕੀ ਜਿਹੜੇ ਐਡਿਕਸ਼ਨ 'ਚ ਹੁੰਦੇ ਆ ਉਹ ਕੀ ਕਰਦੇ ਆ ਆਪਦੇ ਮਾਨਸਿਕ ਜ਼ਖਮ ਨੂੰ ਠੀਕ ਕਰਨ ਵਾਸਤੇ, ਕਿਉਂਕਿ ਹੋਰ ਤਾਂ ਉਹਨਾਂ ਨੂੰ ਤਰੀਕੇ ਨਹੀਂ ਆਉਂਦੇ ਹੁੰਦੇ ਠੀਕ ਕਰਨ ਦੇ, ਉਹ ਕੀ ਕਰਦੇ ਆ ਨਸ਼ਾ ਕਰਦੇ ਆ ਜਾਂ ਸ਼ਰਾਬ ਪੀਂਦੇ ਆ ਤਾਂ ਜੋ ਇਸ ਨਾਲ ਉਹ ਆਪਦੇ ਮਾਨਸਿਕ ਦੁੱਖ ਨੂੰ, ਆਪਦੇ ਮਾਨਸਿਕ ਜ਼ਖਮ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ ਕੁਛ ਦੇਰ। ਐਂਡ ਉਦੋਂ ਬਾਅਦ ਕੀ ਹੁੰਦਾ ਉਹ ਫਿਰ ਉਸੇ ਹੀ ਟੋਏ ਦੇ ਵਿੱਚ ਡਿੱਗ ਪੈਂਦੇ, ਆਪਦੇ ਆਪ 'ਚ ਗਿਲਟ, ਸ਼ਰਮਸਾਰ ਮਹਿਸੂਸ, ਉੱਦਾਂ ਹੀ ਡਿਸਫੰਕਸ਼ਨਲ ਹੋ ਜਾਂਦੇ ਆ। ਸੋ ਜਦੋਂ ਤੁਸੀਂ ਪਹਿਲਾਂ ਤਾਂ ਆਪਦੇ ਆਪ 'ਚ ਲਿਖੋ। ਸੋ ਫੋਰ ਐਗਜ਼ਾਮਪਲ ਜਿਹੜੀ ਮੈਂ ਵਰਕਸ਼ੀਟ ਦਿੱਤੀ ਵੀ ਆ ਉਹਦੇ ਵਿੱਚ ਲਿਖਿਆ ਵਾ ਕਿਹੜੇ ਟ੍ਰਿਗਰਸ, ਕਿਹੜੀਆਂ ਸਥਿਤੀਆਂ ਤੁਹਾਡੇ ਮਨ ਦੇ ਵਿੱਚ ਜ਼ਖਮ ਨੂੰ ਉੱਪਰ ਲਿਆਉਂਦੀਆਂ, ਸਰਫੇਸ ਨੂੰ, ਜ਼ਖਮ ਨੂੰ ਉਜਾਗਰ ਕਰਦੀਆਂ ਵਾ। ਕਿਹੜੀਆਂ ਸਥਿਤੀਆਂ, ਹਰ ਇੱਕ ਲਈ ਵੱਖਰੀਆਂ ਵੱਖਰੀਆਂ ਸਥਿਤੀਆਂ ਹੋ ਸਕਦੀਆਂ ਵਾ, ਐਡਿਕਸ਼ਨ ਵੱਖਰੀਆਂ। ਫੋਰ ਐਗਜ਼ਾਮਪਲ ਜਦੋਂ ਕਈ ਵਾਰ ਜੇ ਕਿਸੇ ਦੀ ਮਦਰ ਦੀ ਡੈਥ ਹੋ ਗਈ ਆ ਐਂਡ ਉਹਨਾਂ ਨੇ ਕਿਸੇ ਦੇ ਮਦਰ ਦੇ ਬਰਥਡੇ ਵੇਖ ਲਿਆ ਜਾਂ ਉਹਨਾਂ ਦੇ ਆਪਣੀ ਮਦਰ ਦੀ ਫੋਟੋ ਵੇਖ ਲਈ ਜਾਂ ਉਹਨਾਂ ਨੇ ਆਪਣੀ ਮਦਰ ਦੀ ਕੋਈ ਗੱਲ ਕਰ ਲਈ, ਉਹਨਾਂ ਲਈ ਉਹ ਟ੍ਰਿਗਰਿੰਗ ਹੋ ਸਕਦੀ ਆ। ਹੁੰਦਾ ਕਿ ਉਹਦੇ ਨਾਲ ਮਾਨਸਿਕ ਜਿਹੜਾ ਜ਼ਖਮ ਆ ਉਹ ਉਜਾਗਰ ਹੋ ਜਾਂਦਾ ਵਾ। ਸੋ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਅੰਦਰ ਇੱਕ ਭਾਵਨਾਵਾਂ ਜਿਹੀਆਂ ਆਉਣ ਲੱਗ ਗਈਆਂ, ਉਦੋਂ ਬਾਅਦ ਇਹ ਲੋਕ ਨਸ਼ਾ ਜਾਂ ਸ਼ਰਾਬ ਪੀਂਦੇ। ਉਦੋਂ ਬਾਅਦ ਹੁੰਦਾ ਕੀ ਆ, ਜਦੋਂ ਤੁਸੀਂ ਆਪਦੇ ਵਿਵਹਾਰ ਦੇ ਨਤੀਜੇ ਵੇਖਦੇ ਹੋ, ਨਤੀਜਾ ਕੀ ਆ ਕਿ ਜਦੋਂ ਅਸੀਂ ਨਸ਼ਾ ਖਾਂਦੇ ਹਾਂ ਜਾਂ ਅਸੀਂ ਸ਼ਰਾਬ ਪੀਂਦੇ ਹਾਂ ਜਾਂ ਅਸੀਂ ਕਿਸੇ ਹੋਰ ਤਰੀਕੇ ਨਾਲ ਆਪਦੇ ਜ਼ਖਮ ਨੂੰ ਢੱਕਣ ਦੀ ਜਾਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੀ ਲਾਈਫ ਡਿਸਫੰਕਸ਼ਨਲ ਹੁੰਦੀ, ਅਸੀਂ ਸਰੀਰਕ ਤੌਰ 'ਤੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਸਾਨੂੰ ਖਰਾਬ ਹੁੰਦੇ ਆ। ਪਰ ਇਸ ਜ਼ਖਮ ਨੂੰ ਨਜਿੱਠਣ ਦੇ ਹੋਰ ਵੀ ਤਰੀਕੇ ਨੇ। ਇਹ ਜ਼ਖਮ ਕਿਸੇ ਹੋਰ ਤਰੀਕੇ ਨਾਲ ਵੀ ਨਜਿੱਠਿਆ ਜਾ ਸਕਦਾ ਵਾ। ਜਿਹੜੇ ਲੋਕ ਐਡਿਕਸ਼ਨਸ ਆ, ਮੈਂ ਵੱਧ ਤੋਂ ਵੱਧ ਮੈਂ ਉਹਨਾਂ ਨੂੰ ਰੈਕਮੈਂਡ ਕਰੂੰਗੀ ਕਿ ਇਹ ਜਿਹੜੇ ਜ਼ਖਮ ਆ ਨਾ, ਇਹਨਾਂ ਜ਼ਖਮਾਂ ਨੂੰ ਠੀਕ ਕਰਨਾ ਇੱਕ ਕਾਉਂਸਲਿੰਗ ਪ੍ਰੈਕਟਿਸ ਦੇ ਵਿੱਚ ਕੀਤਾ ਜਾ ਸਕਦਾ। ਬਿਕਾਜ਼ ਆਮ ਜਦੋਂ ਤੁਸੀਂ ਰਿਸ਼ਤੇਦਾਰ ਉਹ ਮਾਨਸਿਕ ਜ਼ਖਮ ਉਹ ਪ੍ਰੋਪਰਲੀ ਤੁਹਾਨੂੰ ਹੈਲਪ ਨਹੀਂ ਮਿਲਦੀ। ਸੋ ਮੈਂ ਹਾਈਲੀ ਰੈਕਮੈਂਡ ਕਰੂੰਗੀ ਕਿ ਜਿਹੜੇ ਤੁਹਾਡੇ ਮਾਨਸਿਕ ਜ਼ਖਮ ਆ ਨਾ ਉਹ ਡੂੰਘੇ ਹੁੰਦੇ ਆ। ਦੇਖੋ ਕਈ ਵਾਰ ਉੱਪਰਲਾ ਛੋਟਾ ਜ਼ਖਮ ਹੋਵੇ ਸਾਡਾ, ਕਈ ਵਾਰ ਬਹੁਤ ਡੂੰਘਾ ਜ਼ਖਮ ਹੋਵੇ। ਐਂਡ ਐਡਿਕਸ਼ਨ ਇੱਕ ਬੜਾ ਡੂੰਘੇ ਜ਼ਖਮ ਦੀ ਦਵਾਈ ਕਰਕੇ ਆ। ਜ਼ਖਮ ਬੜਾ ਡੂੰਘਾ ਹੁੰਦਾ ਵਾ ਕਿ ਜਿਵੇਂ ਆਪਾਂ ਪਹਿਲਾਂ ਵੀ ਕਿਹਾ ਕਿ ਚਾਈਲਡਹੁੱਡ ਟਰਾਮਾ, ਕੋਈ ਵੀ ਚੀਜ਼ਾਂ ਜ਼ਖਮ ਡੂੰਘਾ ਹੋਣ ਕਰਕੇ ਉਹਨੂੰ ਹੀਲ
ਡੀਲ ਕਰਨ ਲਈ ਵੀ ਇੱਕ ਮਾਹਿਰ ਦੀ ਲੋੜ ਆ, ਇੱਕ ਵਧੀਆ ਕਾਉਂਸਲਰ ਇੱਕ ਵਧੀਆ ਟਰੀਟਮੈਂਟ ਟੀਮ ਦੀ ਲੋੜ ਆ। ਸੋ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਇੱਕ ਕਾਉਂਸਲਰ ਆਪਦੇ ਲਈ ਕਾਉਂਸਲਿੰਗ ਦੇ ਵਿੱਚ ਜ਼ਰੂਰ ਜਾਓ ਇਸ ਡੂੰਘੇ ਮਾਨਸਿਕ ਜ਼ਖਮ ਨੂੰ ਨਜਿੱਠਣ ਵਾਸਤੇ। ਸੋ ਇੱਕ ਤਾਂ ਇਹ ਤਰੀਕਾ ਵਾ। ਦੂਸਰਾ, ਜਿੰਨਾ ਵੀ ਤੁਸੀਂ ਇੱਕ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ, ਜਦੋਂ ਫੋਰ ਐਗਜ਼ਾਮਪਲ ਜੇ ਤੁਸੀਂ ਆਰਾਮ ਨਾਲ ਵੀ ਘਰੇ ਬੈਠੇ ਹੋ, ਤੁਹਾਡੇ ਤੇ ਕੋਈ ਤੁਹਾਨੂੰ ਕੋਈ ਓਵਰਵੈਲਮਿੰਗ ਜਾਂ ਤੁਹਾਡੇ ਕੋਈ ਅੰਦਰ ਭਾਵਨਾਵਾਂ ਇੰਨੀ ਔਖੀ ਵਾਲੀ ਹੈ ਨਹੀਂ, ਆਪਦੇ ਆਪ ਨੂੰ ਹੁਣ ਦੇ ਰਾਈਟ ਨਾਓ ਇਸ ਪਲ ਦੇ ਵਿੱਚ ਲਿਆਓ। ਫੋਰ ਐਗਜ਼ਾਮਪਲ ਜੇ ਤੁਸੀਂ ਇਸ ਪੈਨ ਨੂੰ ਦੇਖਣ ਲੱਗ ਜਾਓ ਤਾਂ ਦੇਖੋ ਇਹ ਆਪਦੀ ਜਿਹੜੀ ਫੋਕਸ, ਆਪਦਾ ਜਿਹੜਾ ਅਟੈਂਸ਼ਨ ਆ ਉਹ ਇਸ ਮੂਮੈਂਟ ਤੇ ਇਸ ਪੈਨ ਤੇ ਲੈ ਕੇ ਆਵੋ। ਕੋਈ ਵੀ ਚੀਜ਼ ਤੁਸੀਂ ਨੈਚੁਰਲ, ਤੁਸੀਂ ਇੱਕ ਫੁੱਲ ਵੇਖਦੇ ਹੋ ਨਾ, ਉਸ ਫੁੱਲ ਨੂੰ ਤੁਸੀਂ ਬਿਕਾਜ਼ ਆਪਦੀਆਂ ਬਰੀਦਿੰਗ ਐਕਸਰਸਾਈਜ਼ਸ ਵੀ ਤੁਸੀਂ ਕਰ ਸਕਦੇ ਹੋ। ਹੁੰਦਾ ਕੀ ਆ ਕਿ ਐਂਡ ਇਹ ਮੈਂ ਤੁਹਾਡੇ ਆਪਦੇ ਪਰਸਨਲ ਐਕਸਪੀਰੀਅੰਸ ਤੋਂ ਵੀ ਕਹਿ ਰਹੀ ਹਾਂ ਕਿ ਜਿੰਨਾ ਤੁਸੀਂ ਆਪਦੇ ਆਪ ਨੂੰ ਅੱਜ ਹੁਣ ਦੇ ਦਮ ਦੇ ਵਿੱਚ ਲੈ ਕੇ ਆਉਂਗੇ ਨਾ, ਤੁਹਾਡੀ ਜਿਹੜੀ ਰਿਐਕਟਿਵਿਟੀ ਆ ਲਾਈਫ ਦੇ ਵਿੱਚ ਘਟੂਗੀ ਲੋਕਾਂ ਨਾਲ। ਹੁੰਦਾ ਕਿ ਇਹ ਜ਼ਖਮ ਕੌਮ ਹੋਣ ਲੱਗ ਜਾਂਦੇ, ਜ਼ਖਮਾਂ ਨੂੰ ਰਾਹਤ ਮਿਲਣ ਲੱਗ ਜਾਂਦੀ ਆ। ਸੋ ਬਰੀਦਿੰਗ ਐਕਸਰਸਾਈਜ਼ਸ ਤੁਸੀਂ ਕਰ ਸਕਦੇ ਆ, ਸਾਹ ਅੰਦਰ ਸਾਹ ਬਾਹਰ। ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਬਹੁਤ ਕਿਉਂਕਿ ਨਾਰਮਲੀ ਜਦੋਂ ਤੁਹਾਡਾ ਜ਼ਖਮ ਕੋਈ ਛੇੜਦਾ ਨਾ, ਉਦੋਂ ਤੁਹਾਨੂੰ ਕੋਈ ਬਰੀਦਿੰਗ ਐਕਸਰਸਾਈਜ਼ਸ ਕਰ, ਉਦੋਂ ਤੁਹਾਨੂੰ ਕਵੇ ਕੋਈ ਧਿਆਨ ਲਾ ਤਾਂ ਨਹੀਂ ਲੱਗਦਾ ਗਾ, ਉਦੋਂ ਤਾਂ ਬਹੁਤ ਔਖਾ ਵਾ। ਐਂਡ ਇਟਸ ਓਕੇ ਜੇ ਤੁਸੀਂ ਉਹ ਰਿਐਕਟ ਕਰ ਰਹੇ ਹੋ ਜਾਂ ਤੁਸੀਂ ਜਿਹੜਾ ਵੀ ਤੁਹਾਡਾ ਨਾਰਮਲ ਤਰੀਕਾ ਵਾ, ਤੁਸੀਂ ਉਸ ਤਰੀਕੇ ਨਾਲ ਆਪਦੇ ਆਪ ਨੂੰ ਵਾਚ ਕਰੋ ਬਸ। ਇਟਸ ਓਕੇ। ਕਈ ਵਾਰ ਰਾਈਟ ਵੀ ਨਹੀਂ ਇਹ ਚੀਜ਼ਾਂ ਸਟਾਪ ਹੁੰਦੀਆਂ। ਜਿਵੇਂ ਤੁਹਾਨੂੰ ਅੱਜ ਕਹਿਤਾ ਗਾ ਕਿ ਜੇ ਤੁਹਾਡਾ ਪਾਰਟਨਰ ਤੁਹਾਡੇ ਲਈ ਬੁਰੇ ਸ਼ਬਦ ਵਰਤਦਾ ਵਾ ਐਂਡ ਤੁਸੀਂ ਲੜਨੋਂ ਹਟ ਜਾਓ, ਇੱਕੋ ਦਮ ਨਹੀਂ ਹੁੰਦਾ, ਤੁਸੀਂ ਰਿਐਕਟ ਕਰਨੋਂ ਹਟ ਜਾਓ, ਨਹੀਂ, ਇੱਕੋ ਦਮ ਨਹੀਂ। ਪਰ ਆਪਦੇ ਆਪ ਨੂੰ ਵਾਚ ਕਰੋ, ਆਪਦੇ ਆਪ ਨੂੰ ਅਵੇਅਰ, ਆਪਦੇ ਆਪ ਨੂੰ ਕਰੋ ਕਿ ਇਹਨੇ ਮੈਨੂੰ ਆਹ ਚੀਜ਼ ਕਹੀ, ਮੇਰੇ ਅੰਦਰ ਹੁਣ ਇੱਕ ਭਾਵਨਾਵਾਂ, ਕਿਉਂਕਿ ਬੜੀਆਂ ਫਾਸਟ ਹੁੰਦੀਆਂ ਚੀਜ਼ਾਂ, ਬਹੁਤ ਮਿਲੀ ਸੈਕਿੰਡਸ ਦੇ ਵਿੱਚ ਚੀਜ਼ਾਂ ਫਾਸਟ ਹੋ ਕੇ ਲੜਾਈ ਸਾਡੀ ਇੰਨੇ ਕੁ 2-3 ਮਿੰਟਾਂ 'ਚ ਖਤਮ ਹੋ ਜਾਂਦੀ ਹੈ। ਬਿਕਾਜ਼ ਬਹੁਤ ਫਾਸਟ ਤੁਹਾਡਾ ਜਿਹੜਾ ਬ੍ਰੇਨ ਹੈ ਨਾ, ਉਹ ਰਿਐਕਟ ਕਰਦਾ ਥ੍ਰੈਟ ਨੂੰ, ਬਹੁਤ ਫਾਸਟ। ਸੋ ਪਹਿਲਾਂ ਤਾਂ ਆਪਦੇ ਆਪ ਨੂੰ ਅਵੇਅਰ ਕਰਨਾ ਕਿ ਮੇਰੇ ਵਿੱਚ ਭਾਵਨਾਵਾਂ ਆ ਗਈ ਆ, ਹੁਣ ਇਹ ਭਾਵਨਾਵਾਂ ਮੇਰੇ ਤੋਂ ਇਹੋ ਜਿਹਾ ਬਿਹੇਵੀਅਰ ਕਰਾ ਰਹੀ ਆ, ਮੈਂ ਉੱਚੀ ਬੋਲ ਰਿਹਾ ਜਾਂ ਮੈਂ ਨਸ਼ੇ ਵੱਲ ਜਾ ਰਿਹਾ ਜਾਂ ਮੈਂ ਸ਼ਰਾਬ ਵੱਲ ਜਾ ਰਿਹਾ ਵਾਂ। ਆਪਦੇ ਆਪ ਨੂੰ ਵਾਚ ਕਰੋ। ਬਿਕਾਜ਼ ਹੋਊਗਾ ਕਿ ਜਦੋਂ ਤੁਸੀਂ ਆਪਦੇ ਆਪ ਨੂੰ ਵਾਚ ਤੇ ਅਵੇਅਰ ਕਰਨ ਲੱਗ ਗਏ ਨਾ, ਉਹ ਤੁਹਾਡੀ ਐਜੂਕੇਸ਼ਨ ਦੇ ਵਿੱਚ, ਤੁਹਾਡਾ ਦਿਮਾਗ ਦੇ ਵਿੱਚ ਉਹ ਚੀਜ਼ਾਂ ਐਡ ਹੋਣ ਲੱਗ ਜਾਣਗੀਆਂ। ਐਂਡ ਜਦੋਂ ਫਿਰ ਫੋਰ ਐਗਜ਼ਾਮਪਲ 10-15 ਵਾਰੀ ਤੁਹਾਡੇ ਨਾਲ ਇਹ ਚੀਜ਼ ਹੋ ਗਈ ਐਂਡ ਤੁਸੀਂ ਆਪਦੇ ਆਪ ਨੂੰ ਅਵੇਅਰ ਕੀਤਾ, ਤੁਸੀਂ ਆਪਦੇ ਆਪ ਨੂੰ ਵਾਚ ਕੀਤਾ, 15ਵੀਂ ਜਾਂ 16ਵੀਂ ਵਾਰੀ ਜਾਂ 20ਵੀਂ ਵਾਰੀ ਹੋਊਗਾ ਕਿ ਤੁਹਾਡਾ ਬ੍ਰੇਨ ਜਿਹੜੀ ਇਹਨੂੰ ਤੁਸੀਂ ਨੌਲੇਜ ਦਿੱਤੀ ਸੀ ਨਾ, ਜਿਹੜੀ ਰੋਜ਼ ਨਾਤੇ ਤੁਸੀਂ ਇਹਨੂੰ, ਉਹ ਜਾਗ ਜੂਗੀ। ਐਂਡ ਉਹਦੇ ਜਾਗਣ ਨਾਲ ਕੀ ਹੋਊਗਾ, ਜਿਹੜੀ ਤੁਹਾਡੀ ਰਿਐਕਸ਼ਨ ਆ ਉਹ ਘਟਣਾ ਹੋ ਜਾਊਗਾ। ਤੁਸੀਂ ਆਪਦੇ ਜ਼ਖਮਾਂ ਨੂੰ, ਆਪਦੇ ਅੰਦਰ ਦੀ ਜ਼ਿੰਮੇਵਾਰੀ ਆਪ ਲਓਗੇ, ਬਜਾਏ ਕਹਿਣ ਦੇ ਕਿ ਉਸ ਇਨਸਾਨ ਨੇ ਮੇਰੇ ਨੂੰ ਜ਼ਖਮ ਦਿੱਤੇ, ਉਸ ਇਨਸਾਨ ਨੇ ਜ਼ਖਮ ਦਿੱਤੇ, ਉਸ ਇਨਸਾਨ ਨੇ ਜ਼ਖਮ ਦਿੱਤੇ। ਕਿਉਂਕਿ ਜਿਹੜਾ ਇਮੋਸ਼ਨਲ ਟ੍ਰਿਗਰ ਆ, ਇਹ ਬੇਸਿਕਲੀ ਸਾਡਾ ਰਿਐਕਸ਼ਨ ਆ। ਜਿਵੇਂ ਫੋਰ ਐਗਜ਼ਾਮਪਲ ਦੋ ਇਨਸਾਨ ਬੈਠੇ ਆ, ਮੀਂਹ ਪੈ ਰਿਹਾ ਵਾ, ਇੱਕ ਇਨਸਾਨ ਕਹਿ ਰਿਹਾ ਬਹੁਤ ਗੰਦਾ ਦਿਨ, ਬਿਕਾਜ਼ ਉਹਦਾ ਰਿਐਕਸ਼ਨ ਉਸ ਮੀਂਹ ਨੂੰ, ਉਹਦਾ ਜਿਹੜਾ ਨਜ਼ਰੀਆ ਉਸ ਮੀਂਹ ਨੂੰ, ਉਹ ਜ਼ਖਮ ਬਣ ਗਿਆ ਉਹਦੇ ਵਾਸਤੇ। ਸੋ ਉਹ ਰਿਐਕਸ਼ਨ, ਮੀਂਹ ਨੂੰ ਤਾਂ ਅਸੀਂ ਬਦਲ ਨਹੀਂ ਸਕਦੇ ਕਿ ਮੀਂਹ ਤਾਂ ਕੋਈ ਵੀ ਕਾਉਂਸਲਰ ਹੋ, ਜੇ ਤੁਹਾਡਾ ਨੈਚੁਰਲ ਜਿਹੜੀ ਕਾਜ਼ ਆ ਉਹਨੂੰ ਤਾਂ ਅਸੀਂ ਬਦਲ ਨਹੀਂ ਸਕਦੇ ਕਿ। ਬਟ ਐਂਡ ਜਿਹੜਾ ਦੂਸਰਾ ਇਨਸਾਨ ਬੈਠਾ ਵਾ, ਉਹ ਕਹਿੰਦਾ ਕਿ ਇਹ ਤਾਂ ਬੜਾ ਵਧੀਆ ਦਿਨ ਆ, ਅੱਜ ਤਾਂ ਪੌਦਿਆਂ ਨੂੰ ਪਾਣੀ ਪੈ ਰਿਹਾ ਵਾ, ਅੱਜ ਤਾਂ ਬੂਟੇ ਹਰੇ ਭਰੇ ਹੋ ਰਹੇ ਆ, ਪਲਾਂਟਸ, ਸਾਡੇ ਗਾਰਡਨਸ ਵਧੀਆ ਹੋ ਰਹੀਆਂ ਵਾ, ਅਸੀਂ ਹੁਣੇ ਆਪਦੀ ਗਾਰਡਨਸ ਲਾਈ ਸੀਗੀ ਤੇ ਮੀਂਹ ਨਾਲ ਤਾਂ ਬਹੁਤ ਵਧੀਆ ਪੌਦੇ ਹੋਣਗੇ। ਸੋ ਬੇਸਿਕਲੀ ਸਾਡਾ ਰਿਐਕਸ਼ਨ ਕੀ ਆ, ਅਸੀਂ ਰਿਐਕਟ ਕਿਵੇਂ ਕਰਦੇ ਹਾਂ ਇੱਕ ਸਿਚੁਏਸ਼ਨ ਨੂੰ, ਉਹ ਉੱਥੋਂ ਅਸੀਂ ਪਤਾ ਕਰ ਸਕਦੇ ਕਿ ਸਾਡਾ ਮਾਨਸਿਕ ਜ਼ਖਮ ਕਿਹੜਾ ਵਾ। ਸੋ ਜਦੋਂ ਇਹ ਸਾਡੇ ਅੰਦਰ ਮਾਨਸਿਕ ਜ਼ਖਮ, ਮਨ ਦੇ ਜ਼ਖਮ ਹੋ ਜਾਂਦੇ ਨਾ, ਇਹ ਪੈਰੈਂਟਿੰਗ ਦੇ ਵਿੱਚ ਬੜਾ ਜ਼ਰੂਰੀ ਹੈ। ਮੋਸਟ ਆਫ ਦਾ ਟਾਈਮ ਜਿਹੜੇ ਸਾਡੇ ਮਾਨਸਿਕ ਜ਼ਖਮ ਆ, ਅਸੀਂ ਦੂਜੀ ਜਨਰੇਸ਼ਨ ਨੂੰ ਦੇ ਦਿੰਦੇ, ਸਾਡੇ ਨਾਲ ਜਿਹੜੇ ਪਲ ਰਹੇ ਉਹ ਫਿਰ ਆਪਦੀ ਜਨਰੇਸ਼ਨ ਨੂੰ ਦਿੰਦੇ ਆ, ਉਹ ਆਪਦੀ ਜਨਰੇਸ਼ਨ ਨੂੰ। ਇਵੇਂ ਜਿਹੜੇ ਮਾਨਸਿਕ ਜ਼ਖਮ ਆ, ਕਈ ਕਲਚਰਲੀ, ਸਾਡੇ ਕਲਚਰ ਲਈ ਕਈ ਮਾਨਸਿਕ ਜ਼ਖਮ ਆ। ਫੋਰ ਐਗਜ਼ਾਮਪਲ ਲੋਕ ਸਾਡੇ ਬਾਰੇ ਕੀ ਕਹਿਣਗੇ, ਕੋਈ ਵੀ ਹੋਰ, ਜਦੋਂ ਸਾਨੂੰ ਲੱਗਦਾ ਕਿ ਲੋਕ ਸਾਨੂੰ ਜੱਜ ਕਰ ਰਹੇ, ਇੱਕ ਮਾਨਸਿਕ ਜ਼ਖਮ ਆ। ਕਿਉਂਕਿ ਜਦੋਂ ਲੋਕ ਸਾਡੇ ਲਈ ਕੁਛ ਕਿਸੇ ਹੋਰ ਨੂੰ ਚੰਗਾ ਕਹਿੰਦੇ ਤੇ ਐਂਡ ਸਾਨੂੰ ਨਹੀਂ ਚੰਗਾ ਕਹਿੰਦੇ, ਤੇ ਸਾਡੇ ਲਈ ਮਾਨਸਿਕ, ਬਿਕਾਜ਼ ਹੈ ਤਾਂ ਉਹ ਇੱਕ ਮੂਵੀ ਆ, ਹੈ ਤਾਂ ਇੱਕ ਡਰਾਮਾ ਵਾ, ਪਰ ਅਸੀਂ ਰਿਐਕਟ ਕੀਤਾ। ਜੇ ਕਿਸੇ ਦੀ ਕੋਈ ਤਾਰੀਫ ਕਰਨ ਲੱਗ ਗਿਆ, ਹੈ ਤਾਂ ਉਹ ਸਿੰਪਲ ਇੱਕ ਸਥਿਤੀ ਆ, ਇੱਕ ਸਿਚੁਏਸ਼ਨ ਆ, ਪਰ ਅਸੀਂ ਉਹਨੂੰ ਰਿਐਕਟ ਕੀਤਾ, ਅਸੀਂ ਉਹਨੂੰ ਆਪਦਾ ਰਿਐਕਸ਼ਨ ਦਿੱਤਾ। ਕੋਈ ਵੀ ਆ, ਮੀਂਹ ਪੈ ਰਿਹਾ ਵਾ, ਤੁਸੀਂ ਵਾਚ ਕਰ ਰਹੇ ਹੋ, ਕੋਈ ਰਿਐਕਸ਼ਨ ਨਹੀਂ ਹੈਗਾ। ਪਰ ਜਦੋਂ ਤੋਂ ਤੁਸੀਂ ਇਹ ਕਹਿਣ ਲੱਗੇ ਕਿ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਆ, ਮੇਰੀ ਲਾਈਫ ਹੀ ਖਰਾਬ ਹੋ ਗਈ, ਇਹ ਮੀਂਹ ਕਦੇ ਸਾਨੂੰ ਬਾਹਰ ਹੀ ਨਹੀਂ ਨਿਕਲਦਾ, ਮੈਂ ਆਪਦੇ ਇਕੱਲੇਪਣ 'ਚ, ਉਦੋਂ ਹੀ ਤੁਸੀਂ ਰਿਐਕਟ ਕੀਤਾ ਮੀਂਹ ਨੂੰ। ਐਂਡ ਜਿੰਨਾ ਵੀ ਤੁਸੀਂ ਇੱਕਦਮ ਦੇ ਵਿੱਚ ਆਉਂਗੇ, ਆਪਦੀਆਂ ਬਰੀਦਿੰਗ ਐਕਸਰਸਾਈਜ਼ਸ ਦੇ ਵਿੱਚ
ਧਿਆਨ ਦੇਵੋ ਕਿ ਜਦੋਂ ਤੁਸੀਂ ਸਾਹ ਆਪਦੇ ਅੰਦਰ ਲੈਂਦੇ ਹੋ, ਸਾਹ ਬਾਹਰ ਲੈਂਦੇ ਐਂਡ ਨੈਚੁਰਲ ਮੂਮੈਂਟਸ ਦੇ ਵਿੱਚ ਜਦੋਂ ਤੁਸੀਂ ਕਾਮ ਹੋਵੋ ਨਾ, ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚਿਆ ਕਰੋ। ਬਿਕਾਜ਼ ਜਦੋਂ ਤੁਸੀਂ ਕਾਮ ਹੁੰਦੇ ਹੋ, ਤੁਹਾਡਾ ਦਿਮਾਗ ਇਨਫੋਰਮੇਸ਼ਨ ਨੂੰ ਆਪਦੇ ਅੰਦਰ ਜਮ੍ਹਾਂ ਕਰਦਾ ਵਾ। ਪਰ ਜਦੋਂ ਤੁਸੀਂ ਪੂਰੇ ਗੁੱਸੇ 'ਚ, ਫੋਰ ਐਗਜ਼ਾਮਪਲ ਜਦੋਂ ਤੁਹਾਡਾ ਪੂਰਾ ਦਰਦ 'ਤੇ ਕਿਸੇ ਨੇ ਹੱਥ ਰੱਖਤਾ, ਮਾਨਸਿਕ ਜ਼ਖਮ 'ਤੇ ਹੱਥ ਧਰਤਾ, ਉਦੋਂ ਤੁਹਾਨੂੰ ਕਹੇ ਕਿ ਕੋਈ ਬਰੀਦਿੰਗ ਐਕਸਰਸਾਈਜ਼ ਕਰ, ਲੰਮੇ ਲੰਮੇ ਸਾਹ, ਉਦੋਂ ਨਹੀਂ ਇਹ ਚੀਜ਼ਾਂ ਹੁੰਦੀਆਂ ਗਾ, ਉਦੋਂ ਬਹੁਤ ਔਖਾ ਵਾ। ਆਈ ਨੋ, ਬਿਕਾਜ਼ ਮੈਨੂੰ ਪਤਾ ਕਿ ਅਸੀਂ ਸਾਰੇ ਰਿਸ਼ਤਿਆਂ ਦੇ ਵਿੱਚ ਰਹਿੰਦੇ ਹਾਂ, ਸਾਨੂੰ ਵੀ ਗੁੱਸਾ ਚੜ੍ਹਦਾ ਵਾ ਐਂਡ ਉਸ ਟਾਈਮ 'ਤੇ ਉਹ ਆਪਦੇ ਆਪ ਨੂੰ ਰੋਕਣਾ। ਬਿਕਾਜ਼ ਜਦੋਂ ਦੂਸਰਾ ਇਨਸਾਨ ਆਰਗਿਊ ਕਰਦਾ ਹੋਵੇ, ਉਦੋਂ ਤੁਹਾਨੂੰ ਲੱਗਦਾ ਕਿ ਨਹੀਂ, ਮੈਂ ਇਕੁਅਲੀ ਟੱਕਰ ਦੇਣੀ ਆ ਆਰਗਿਊਮੈਂਟ ਦੀ, ਮੈਂ ਇਕੁਅਲੀ ਮੈਂ ਲੜਨਾ ਵਾਂ ਅਤੇ ਮੈਂ ਨਹੀਂ ਪਿੱਛੇ ਹਟਣਾ। ਬਿਕਾਜ਼ ਸਾਡੀ ਜਿਹੜੀ ਉਹ ਰਿਐਕਟਿਵਿਟੀ ਆ, ਕੰਪਲਸਿਵ ਬਿਹੇਵੀਅਰ ਆ, ਕਿਉਂਕਿ ਅਸੀਂ ਕਰਦੇ ਆਏ ਹਾਂ ਇੱਦਾਂ ਹੀ ਕਿੰਨੇ ਸਾਲਾਂ ਤੋਂ ਸਾਡੇ ਆਏ। ਅਸੀਂ ਆਪਦੇ ਮਾਂ ਬਾਪ ਨੂੰ ਵੀ ਇੱਦਾਂ ਹੀ ਕਰਦੇ ਵੇਖਿਆ। ਸੋ ਸਭ ਤੋਂ ਪਹਿਲਾਂ ਆਪਦੇ ਮਾਨਸਿਕ ਜ਼ਖਮ ਪਛਾਣੋ, ਕਿਉਂਕਿ ਇਹ ਜ਼ਖਮ ਤੁਹਾਡੇ ਅੰਦਰ ਆ। ਦੂਸਰਾ ਇਨਸਾਨ ਇਹਨਾਂ ਜ਼ਖਮਾਂ ਨੂੰ ਇਹਨਾਂ ਜ਼ਖਮ ਤੁਹਾਨੂੰ ਦੇ ਨਹੀਂ ਸਕਦਾ, ਉਹ ਸਿਰਫ ਤੁਹਾਡੇ ਜ਼ਖਮਾਂ 'ਤੇ ਹੱਥ ਲਾ ਸਕਦਾ ਵਾ। ਐਂਡ ਜਦੋਂ ਸਾਡੇ ਜ਼ਖਮਾਂ 'ਤੇ ਹੱਥ ਲਾਉਂਦਾ ਵਾ, ਅਸੀਂ ਉਹਨੂੰ ਬਲੇਮ ਕਰਦੇ ਹਾਂ, ਅਸੀਂ ਉਹਨੂੰ ਬੁਰਾ ਭਲਾ ਕਹਿੰਦੇ ਹਾਂ। ਸੋ ਜੇ ਇੱਕ ਇੰਟੈਂਸ਼ਨ ਇਹ ਆਪਦੇ ਮਨ 'ਚ ਬਣਾਓ ਕਿ ਦੂਸਰਾ ਇਨਸਾਨ ਬਿਨਾਂ ਚਾਹੇ ਸਾਨੂੰ ਹਰਟ ਕਰ ਸਕਦਾ, ਬਿਨਾਂ ਚਾਹੇ ਸਾਨੂੰ ਹਰਟ ਕਰ ਸਕਦਾ। ਬਿਕਾਜ਼ ਉਹਨੂੰ ਪਤਾ ਨਹੀਂ ਸਾਡੇ ਮਨ 'ਤੇ ਜ਼ਖਮ ਹੈ ਇਸ ਚੀਜ਼ ਦਾ। ਜਿਵੇਂ ਕਿ ਕੋਈ ਤੁਹਾਡੇ ਸਰੀਰ 'ਤੇ ਹੱਥ ਲਾਵੇ ਅਤੇ ਉਹਨੂੰ ਨਹੀਂ ਪਤਾ, ਕੋਈ ਬੱਚਾ ਤੁਹਾਡੇ ਸਰੀਰ 'ਤੇ, ਉਹਨੂੰ ਨਹੀਂ ਪਤਾ ਤੁਹਾਡੇ ਸਰੀਰ 'ਤੇ ਜ਼ਖਮ ਆ। ਉਹ ਅਨਇੰਟੈਂਸ਼ਨਲੀ ਤੁਹਾਨੂੰ ਹਰਟ ਉਹਨਾਂ ਦਾ ਕੋਈ ਨਜ਼ਰੀਆ ਨਹੀਂ ਹੁੰਦਾ। ਫੋਰ ਐਗਜ਼ਾਮਪਲ, ਸੋ ਆਪਣੇ ਆਪ ਨੂੰ ਕਾਉਂਸਲਿੰਗ ਦੇ ਵਿੱਚ ਤੁਸੀਂ ਕਰ ਸਕਦੇ ਹੋ। ਬਾਕੀ ਦੂਸਰੇ ਇਨਸਾਨ ਨੂੰ ਇਹ ਮੰਨਣਾ ਕਿ ਉਹਦਾ ਮਕਸਦ ਨਹੀਂ ਸੀ ਮੈਨੂੰ ਹਰਟ ਕਰਨਾ, ਉਹਦੀ ਇੰਟੈਂਸ਼ਨ ਨਹੀਂ ਸੀ ਮੈਨੂੰ ਹਰਟ ਕਰਨੀ, ਉਹਦਾ ਗੋਲ ਨਹੀਂ ਸੀਗਾ ਕਿ ਮੇਰੇ ਜ਼ਖਮ 'ਤੇ ਹੱਥ ਧਰਿਆ ਜਾਣਾ। ਕਿਉਂਕਿ ਮੇਰੇ ਜ਼ਖਮ ਮੇਰੇ ਅੰਦਰ ਆ, ਕੋਈ ਨਾ ਕੋਈ ਇਹਦੇ 'ਤੇ ਹੱਥ ਧਾਰ ਹੀ ਦਊਗਾ। ਕਿਉਂਕਿ ਮੇਰਾ ਜ਼ਖਮ ਮੇਰੇ ਮਨ 'ਤੇ ਆ, ਕਿਉਂਕਿ ਜਿਹੜੇ ਸਾਡੇ ਮਨਾਂ ਦੇ ਵਿੱਚ ਜ਼ਖਮ ਹੁੰਦੇ, ਪਹਿਲਾਂ ਸਾਡੇ ਮਾਂ ਬਾਪ ਉਹਨਾਂ ਮਨ ਦੇ ਜ਼ਖਮਾਂ ਨੂੰ ਛੇੜਦੇ ਆ, ਫਿਰ ਸਾਡੇ ਪਾਰਟਨਰ ਆਉਂਦੇ, ਉਹ ਸਾਡੇ ਉਹਨਾਂ ਮਨ ਦੇ ਜ਼ਖਮਾਂ ਨੂੰ ਛੇੜਨ ਲੱਗ ਜਾਂਦੇ, ਫਿਰ ਸਾਡੇ ਬੱਚੇ ਆਉਂਦੇ, ਉਹ ਵੀ ਉਹਨਾਂ ਮਨ ਦੇ ਜ਼ਖਮਾਂ ਨੂੰ ਛੇੜਦੇ ਆ। ਕਿਉਂਕਿ ਜ਼ਖਮ ਉਹ ਨਹੀਂ ਦੇ ਰਹੇ, ਜ਼ਖਮ ਤਾਂ ਸਾਡੇ ਅੰਦਰ ਆ, ਉਹ ਤਾਂ ਸਿਰਫ ਹੱਥ ਲਾ ਰਹੇ ਨੇ। ਸੋ ਆਪਣੇ ਇਮੋਸ਼ਨਲ ਟ੍ਰਿਗਰ ਦਾ ਅਵੇਅਰ ਬਣਨਾ। ਸੋ ਇੱਕ ਜਿਹੜੀ ਮੈਂ ਸ਼ੀਟ ਤੁਹਾਨੂੰ ਦਿੱਤੀ ਵੀ ਹੈ ਨਾ, ਰਿਕਾਰਡ ਕਰਨ ਲੱਗੋ ਕਿ ਮੈਂ ਜਦੋਂ ਆਪਦੇ ਮਾਨਸਿਕ ਮੇਰਾ ਜ਼ਖਮ ਕੋਈ ਛੇੜਦਾ, ਉਦੋਂ ਮੇਰੇ 'ਚ ਭਾਵਨਾਵਾਂ ਕੀ ਪੈਦਾ ਹੁੰਦੀ ਆ, ਉਹ ਲਿਖੋ। ਜਦੋਂ ਉਹ ਲਿਖ ਲਈ, ਉਦੋਂ ਆਪਦੇ ਆਪ ਨੂੰ ਦੱਸੋ ਕਿ ਜਦੋਂ ਭਾਵਨਾਵਾਂ ਪੈਦਾ ਹੁੰਦੀ, ਫਿਰ ਮੈਂ ਕੀ ਕਰਦਾ। ਫਿਰ ਸ਼ਾਇਦ ਮੈਂ ਲੋਕਾਂ ਨਾਲ ਲੜਦਾ ਵਾਂ, ਸ਼ਾਇਦ ਆਪਦੇ ਆਪ ਦੇ ਅੰਦਰ ਡਿਪਰੈਸ ਚੀਜ਼ਾਂ ਕਰਦਾ, ਆਪਦੇ ਅੰਦਰ ਚੀਜ਼ਾਂ ਦਬਾਉਣ ਦੀ ਕੋਸ਼ਿਸ਼ ਕਰਦਾ ਵਾਂ। ਫਿਰ ਜਿਹੜਾ ਬਿਹੇਵੀਅਰ ਮੈਂ ਕਰਦਾ, ਉਹਦੇ ਨਤੀਜੇ ਕੀ ਨਿਕਲਦੇ ਆ। ਉਹਦੇ ਨਤੀਜੇ, ਜੇ ਤੁਸੀਂ ਸ਼ਰਾਬ ਪੀਂਦੇ ਹੋ ਜਾਂ ਆਪਦੇ ਆਪ ਨੂੰ ਅੰਦਰ ਭਾਵਨਾਵਾਂ ਦਬਾਉਣੇ ਹੋ, ਡਿਪਰੈਸ਼ਨ ਦੇ ਵਿੱਚ ਜਾਂਦੇ ਹੋ, ਫਿਰ ਕੀ ਉਹਦਾ ਹੋਰ ਤਰੀਕਾ ਹੈ। ਇਸੇ ਹੀ ਜ਼ਖਮ ਨੂੰ ਹੱਲ ਕਰਨ ਦਾ ਹੋਰ ਤਰੀਕਾ ਹੈ। ਜੀ ਹਾਂ, ਜਦੋਂ ਅਸੀਂ ਆਪਦੀ ਕਹਾਣੀ ਬਦਲਦੇ, ਜਦੋਂ ਅਸੀਂ ਥਾਟ ਪ੍ਰੋਸੈਸ ਬਦਲਦੇ ਹਾਂ। ਫੋਰ ਐਗਜ਼ਾਮਪਲ, ਜੇ ਮੀਂਹ ਪੈ ਰਿਹਾ ਵਾ ਅਤੇ ਜੇ ਸਾਡੀ ਇਹ ਸੋਚ ਹੋਵੇ ਕਿ ਮੀਂਹ ਨਹੀਂ ਮੈਨੂੰ ਇਕੱਲਾ ਕਰ ਰਿਹਾ, ਮੈਂ ਆਪਣੇ ਆਪ ਵਿੱਚ ਇਕੱਲੇਪਣ ਦੀਆਂ ਸੋਚਾਂ ਸੋਚ ਰਿਹਾ ਵਾਂ, ਉਹ ਮੈਨੂੰ ਇਕੱਲੇਪਣ 'ਚ ਧੱਕ ਰਹੀਆਂ। ਮੀਂਹ ਇਕੱਲਾਪਣ ਨਹੀਂ। ਜਿਹੜੀ ਕੋਵਿਡ ਵਾਲੀ ਸਿਚੁਏਸ਼ਨ ਆ, ਇਹਨੇ ਸਾਨੂੰ ਇਕੱਲੇਪਣ 'ਚ ਨਹੀਂ ਧੱਕਿਆ, ਸਾਡੇ ਅੰਦਰ ਹੀ ਸੋਚਾਂ ਵਾਂ ਕਿ ਅਸੀਂ ਇਕੱਲੇ ਹਾਂ। ਐਂਡ ਜਦੋਂ ਇਹ ਨਹੀਂ ਵੀ ਸੀ, ਅਸੀਂ ਉਦੋਂ ਵੀ ਇਕੱਲੇ ਮਹਿਸੂਸ ਕਰਦੇ ਸੀਗੇ। ਸੋ ਆਪਣੀ ਸਿਚੁਏਸ਼ਨ ਨੂੰ ਜਿਹੜੀ ਤੁਹਾਨੂੰ ਟ੍ਰਿਗਰ ਕਰਦੀ ਆ, ਆਪਦੇ ਇੱਕ ਮਾਨਸਿਕ ਦੇ ਜ਼ਖਮ 'ਤੇ ਕੰਮ ਕਰੋ। ਮੈਂ ਹਾਈਲੀ ਰეკਮੈਂਡ ਕਰੂੰਗੀ ਕਿ ਜੇ ਤੁਹਾਨੂੰ ਬਹੁਤ ਪ੍ਰੋਬਲਮ ਆ, ਤੁਸੀਂ ਕਾਉਂਸਲਿੰਗ, ਜਾਂ ਤੁਹਾਨੂੰ ਨੈਚੁਰਲੀ ਵੀ ਲੱਗਦਾ, ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਅੱਜ ਕੱਲ੍ਹ ਕਾਉਂਸਲਿੰਗ ਕਵਰ ਕਰ ਰਹੀਆਂ ਵਾ। ਸੋ ਤੁਸੀਂ ਕਿਸੇ ਵੀ ਕਾਉਂਸਲਰ ਨਾਲ ਗੱਲ ਕਰਕੇ ਇੱਕ ਸੈਸ਼ਨ ਲੈ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕੋਈ ਇੱਕ ਮਾਨਸਿਕ ਜ਼ਖਮ ਹੈ ਜਿਹਦੇ ਨਾਲ ਮੈਂ ਬਹੁਤ ਸਟਰਗਲ ਕਰਦਾ ਵਾਂ। ਸੋ ਬਾਕੀ ਇੱਕ ਮੈਂ ਸ਼ੀਟ ਵੀ ਫੇਸਬੁੱਕ ਪੇਜ 'ਤੇ ਪਾਈ ਵੀ ਆ। ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਤੁਸੀਂ ਸਾਨੂੰ ਫੇਸਬੁੱਕ ਮੈਸੇजेस ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਿਆ ਕਰਾਂਗੇ, ਐਂਡ ਕੋਈ ਕੁਐਸਚਨ ਹੋਵੇ, ਬਿਕਾਜ਼ ਅਸੀਂ ਕਈ ਵਾਰ ਲਾਈਵ ਵੀਡੀਓਜ਼ ਵੀ ਕਰੀਦੇ ਉਹਨਾਂ ਕੁਐਸਚਨਸ ਦੇ ਰਾਹੀਂ, ਐਂਡ ਅਸੀਂ ਉਸ ਕੁਐਸਚਨ ਨੂੰ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਪਰ ਪਲੀਜ਼, ਜਿਹੜੀ ਮੈਂ ਵਰਕਸ਼ੀਟ ਪਾਈ ਵੀ ਹੈ ਪਲਵਿੰਦਰ ਗਿੱਲ ਪੇਜ ਦੇ ਉੱਤੇ, ਉਹ ਵਰਕਸ਼ੀਟ ਆਪਦੇ ਘਰ ਦੇ ਵਿੱਚ ਇੱਕ ਰੈਕਡ ਕਰਨ, ਉਹਨੂੰ ਜ਼ਰੂਰ ਪੜ੍ਹਿਓ। ਐਂਡ ਉਹ ਉੱਦਾਂ ਦੀ ਜਿਹੜੀ ਐਗਜ਼ਾਮਪਲ ਮੈਂ ਲਿਖੀ ਵੀ, ਉਹਨਾਂ ਨੂੰ ਆਪਦੀ ਲਾਈਫ ਦੇ ਮੁਤਾਬਿਕ ਲਿਖਣ ਦੀ ਕੋਸ਼ਿਸ਼ ਕਰੋ। ਉਹ ਬੜਾ ਵਧੀਆ, ਬਿਕਾਜ਼ ਹੌਲੀ ਹੌਲੀ ਤੁਹਾਨੂੰ ਉਸ ਚੀਜ਼ ਦੀ ਨੌਲੇਜ ਐਂਡ ਅਵੇਅਰਨੈਸ, ਆਪਦੀ ਰਿਐਕਟਿਵਿਟੀ ਬਾਰੇ ਪਤਾ ਲੱਗਣ ਲੱਗ ਜੂਗਾ ਕਿ ਤਾਂ ਮੇਰਾ ਹੀ ਜ਼ਖਮ ਹੈ ਐਂਡ ਮੈਂ ਹੀ ਰਿਐਕਟ ਕਰੀ ਜਾਂਦਾ ਬੈਠਾ। ਸੋ ਵਨਸ ਅਗੇਨ, ਥੈਂਕ ਯੂ ਸੋ ਮਚ। ਅਗਲੇ ਥਰਸਡੇ ਇਹ ਫਿਰ ਅਸੀਂ ਇੱਕ ਐਡਿਕਸ਼ਨ ਦਾ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ। ਬਾਕੀ ਇਹ ਜਿਹੜੀਆਂ ਰਿਕਾਰਡਡ ਵੀਡੀਓਜ਼ ਆ, ਇਹ YouTube 'ਤੇ ਜਾਂਦੀਆਂ, ਸਾਡੇ ਫੇਸਬੁੱਕ 'ਤੇ, ਸਾਡੀ ਵੈਬਸਾਈਟ 'ਤੇ ਵੀ। ਜੇ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੈ, ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਅਸੀਂ ਜਿਹੜੀ ਮਾਨਸਿਕਤਾ ਦਾ ਜਿਹੜਾ ਸੰਦੇਸ਼ ਆ, ਮੈਸੇਜ ਆ, ਅਸੀਂ ਹਰ
ਇਨਸਾਨ ਤੱਕ ਪਹੁੰਚਾ ਸਕੀਏ, ਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਜਿਨ੍ਹਾਂ ਦੀ ਮੇਬੀ ਲੈਂਗੁਏਜ ਲਿਮਿਟੇਸ਼ਨ ਹੋ ਸਕਦੀ ਆ। ਸੋ ਵਨਸ ਅਗੇਨ ਥੈਂਕ ਯੂ ਸੋ ਮਚ ਐਵਰੀਵਨ, ਸਟੇ ਸੇਫ, ਸਟੇ ਹੈਪੀ, ਬਾਏ।